ਅਕਾਲੀ ਦਲ ਨੇ ਵੀ ਬਿਆਨ ਦਿੱਤੇ ਵੀ ਕੇਜਰੀਵਾਲ ਦੇ ਅਕਾਲੀਆਂ ਨਾਲ ਖਾਲਿਸਤਾਨੀਆਂ ਨਾਲ ਸੰਬੰਧ ਹੈ। ਤੁਸੀਂ ਦੱਸੋ, ਦੇਸ਼ ਭਗਤ ਕੇਜਰੀਵਾਲ ਹੈ, ਜੇ ਖਾਲਿਸਤਾਨੀਆਂ ਨਾਲ ਸੰਬੰਧ ਹੁੰਦੇ ਕੇਜਰੀਵਾਲ ਸਾਹਿਬ ਤੇ ਉਹ ਮੁੱਖ ਮੰਤਰੀ ਹੁੰਦੇ। ਜੇ ਬੀਜੇਪੀ ਦੀ ਕੰਧ 'ਚੋਂ ਇੱਟਾਂ ਲਾਈਆਂ ਅਕਾਲੀ ਦਲ ਨੇ ਤੇ ਹੁਣ ਬੀਜੇਪੀ ਵਾਲੇ ਵੀ ਉਹੀ ਕੰਮ ਕਰ ਸਕਦੇ। ਹੁਣ ਅਕਾਲੀ ਦਲ ਨੂੰ ਵੀ ਖਿਆਲ ਰੱਖਣ ਦੀ ਲੋੜ ਹੈ, ਕਿਤੇ ਅਕਾਲੀ ਦਲ ਦੇ ਨਾਰਾਜ਼ ਲੀਡਰਾਂ ਨੂੰ ਬੀਜੇਪੀ ਨਾਲ ਲੈ ਜਾਏ। ਕਪਤਾਨ ਕੋਲੋਂ ਵੀ ਇਕੱਲਾ ਭਾਸ਼ਣ ਦੇ ਨਾਲ ਨਹੀਂ, ਸੈਂਸਿਟਿਵ ਮੁੱਦਾ ਜੇ ਵਾਕਈ ਫੌਜ ਦਾ ਸਤਿਕਾਰ ਕਰਦੇ ਹੋ, ਕਪਤਾਨ ਸਾਹਿਬ ਤੁਸੀਂ ਦਿਓ ਪਰਚਾ। ਪਰ ਮੁਲਕ ਦਾ ਪ੍ਰਧਾਨ ਮੰਤਰੀ ਦੇਸ਼ ਦੇ ਕਿਸੇ ਵੀ ਮਸਲੇ ਨੂੰ ਨਿਬੇੜਨ 'ਚ ਅਗਰ ਰੁਚੀ ਦਿਖਾਵੇ ਤੇ ਉਹ ਮਸਲਾ ਨਿਬੜ ਸਕਦਾ। ਸੋ ਬੇਨਤੀ ਮੋਦੀ ਸਾਹਿਬ ਨੂੰ ਹੀ ਹੈ ਵੀ ਤੁਸੀਂ ਹੀ ਹਿੰਮਤ ਮਾਰੋ, ਐਡੇ ਐਡੇ ਵੱਡੇ ਮਸਲੇ ਤੁਸੀਂ ਨਿਬੇੜਤੇ, ਧਾਰਾ ਹਟਾਤੀ ਤੁਸੀਂ ਤਾਂ ਕਸ਼ਮੀਰ ਵਾਲੀ। ਸੋ ਬੜੀਆਂ ਗੱਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਣੀਆਂ ਨੇ। ਔਰ ਮੈਂ ਤਾਂ ਹਮੇਸ਼ਾ ਇਹ ਚਾਹੁੰਦਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਮੰਗ ਕਰਦੇ ਨੇ ਵੀ ਮੋਦੀ ਸਾਹਿਬ ਕਿਸਾਨਾਂ ਦਾ ਮਸਲਾ ਹੱਲ ਕਰੋ। ਕੈਪਟਨ ਸਾਹਿਬ ਪਹਿਲਾਂ ਗੰਨੇ ਵਾਲਾ ਮਸਲਾ ਤਾਂ ਹੱਲ ਕਰ ਦਿਓ। ਕਿਸਾਨਾਂ ਨੇ ਗੰਨਾ ਬੀਜਿਆ, ਮਿਹਨਤ ਕੀਤੀ, ਡੀਜ਼ਲ ਫੂਕਿਆ, ਟਰਾਲੀਆਂ 'ਚ ਲੈ ਕੇ ਗਏ, ਟਰਾਂਸਪੋਰਟੇਸ਼ਨ ਕੀਤੀ, ਗੰਨਾ ਲਾਤਾ, ਪੈਸੇ ਨਹੀਂ ਮਿਲੇ। ਤੇ ਗੰਨਾ ਮਿੱਲਾਂ ਵਾਲਿਆਂ ਨੇ ਤਾਂ ਉਹਦੀ ਖੰਡ ਬਣਾ ਕੇ ਵੇਚ ਵੱਟ ਵੀ ਲਏ ਹੋਣੇ ਆ। ਹੁਣ ਪੰਜਾਬ 'ਚ ਖੇਤੀ ਤਾਂ ਘਟ ਗਈ, ਬਾਜ਼ਾਰ 'ਚ ਖੰਡ ਦੇਖੋ ਕਿੱਡੀ ਮਹਿੰਗੀ, ਗੁੜ ਕਿੱਡਾ ਮਹਿੰਗਾ, ਪਰ ਕਿਸਾਨਾਂ ਨੂੰ ਪੈਸੇ ਕਿਉਂ ਨਹੀਂ ਮਿਲਦੇ? ਕਿਉਂਕਿ ਸਾਡੇ ਮੰਡੀਕਰਨ ਦੀ ਵਿਵਸਥਾ ਨਹੀਂ, ਬਾਜ਼ਾਰੀਕਰਨ ਦੀ ਵਿਵਸਥਾ ਨਹੀਂ ਗੰਨੇ ਲਈ, ਔਰ ਸਰਕਾਰ ਦੀ ਸਪਸ਼ਟ ਨੀਤੀ ਨਹੀਂ ਹੈ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਖਾਸ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ। ਖਾਸ ਪ੍ਰੋਗਰਾਮ ਦੇ ਵਿੱਚ ਚਰਚਾ ਕਿਸਾਨੀ ਦੇ ਆਲੇ ਦੁਆਲੇ ਰਹੇਗੀ। ਪੰਜਾਬ ਦੇ ਵਿੱਚ ਕਿਸਾਨਾਂ ਦਾ ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਚੱਲ ਰਿਹਾ ਹੈ। ਜਲੰਧਰ ਦਾ NH1 ਕਿਸਾਨਾਂ ਦੇ ਵੱਲੋਂ ਜਾਮ ਕੀਤਾ ਹੋਇਆ ਹੈ ਤੇ ਅੱਜ ਇਸ ਮਸਲੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਵੀ ਮੀਟਿੰਗ ਕਰਨ ਜਾ ਰਹੇ ਨੇ। 2 ਦਿਨ ਦੀਆਂ ਮੀਟਿੰਗਾਂ ਸਫਲ ਕਿਉਂ ਰਹੀਆਂ ਨੇ ਤੇ ਆਖਰਕਾਰ ਇਹ ਕਹਾਣੀ ਵਿਗੜਦੀ ਕਿਉਂ ਜਾ ਰਹੀ ਹੈ, ਇਸ ਦੇ ਉੱਤੇ ਚਰਚਾ ਕਰਾਂਗੇ। ਉਧਰ ਦੇਸ਼ ਦੀ ਸਰਵਉੱਚ ਅਦਾਲਤ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਟਿੱਪਣੀ ਕੀਤੀ ਗਈ ਹੈ, ਕੇਂਦਰ ਸਰਕਾਰ ਨੂੰ ਵੀ ਤਾੜਨਾ ਹੋਈ ਹੈ, ਉਸ ਦੇ ਉੱਤੇ ਵੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਤੇ ਸਿੱਧੂ ਸਾਹਿਬ ਦੇ ਐਡਵਾਈਜ਼ਰਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਬਿਆਨ ਆਏ ਨੇ ਤੇ ਉਹਨਾਂ ਬਿਆਨਾਂ ਦੇ ਉੱਤੇ ਜਿਸ ਤਰ੍ਹਾਂ ਦੀ ਸਿਆਸੀ ਪ੍ਰਤੀਕਰਮ ਨੇ, ਪ੍ਰੈਸ ਕਾਨਫਰੰਸਾਂ ਹੋ ਰਹੀਆਂ ਨੇ, ਉਸ ਦੇ ਉੱਤੇ ਵੀ ਚਰਚਾ ਪ੍ਰੋਗਰਾਮ ਦੇ ਵਿੱਚ ਰਹੇਗੀ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। ਡੱਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਅੱਜ ਦੇ ਕਿਸਾਨ ਅੰਦੋਲਨ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਪਾਰਟ 2 ਕਹਿ ਸਕਦੇ ਹਾਂ ਕਿਸਾਨ ਅੰਦੋਲਨ ਦਾ, ਕਿ ਉਸੇ ਤਰ੍ਹਾਂ ਦੀ ਪ੍ਰਕਿਰਿਆ ਦੇ ਵਿੱਚੋਂ ਪੰਜਾਬ 'ਚ ਗੁਜ਼ਰ ਰਹੇ ਨੇ ਕਿਸਾਨਾਂ ਦੇ ਵੱਲੋਂ ਪੰਜਾਬ ਦੀ ਸਰਕਾਰ ਦੇ ਨਾਲ 3 ਬੈਠਕਾਂ ਹੋ ਚੁੱਕੀਆਂ ਨੇ ਤੇ ਅੱਜ ਇੱਕ ਬੈਠਕ ਹੋਰ ਹੋਣੀ ਹੈ। ਉਸ ਬੈਠਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਕੀ ਲੱਗਦਾ ਹੈ ਅੱਜ ਹੱਲ ਹੋ ਸਕਦਾ ਹੈ ਕਿਸਾਨਾਂ ਦਾ? ਦੇਖੋ ਗਗਨ ਜੀ, ਕਿਸਾਨ ਅੰਦੋਲਨ ਭਾਵੇਂ ਦਿੱਲੀ ਆ ਭਾਵੇਂ ਪੰਜਾਬ 'ਚ ਹੈ, ਸਰਕਾਰਾਂ ਨੂੰ ਮਸਲੇ ਤਾਂ ਹੱਲ ਕਰਨੇ ਪੈਣੇ। ਔਰ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਵਕਤ ਸਭ ਤੋਂ ਵੱਧ ਤਰਜੀਹ ਅਗਰ ਦੇਣ ਦੀ ਜ਼ਰੂਰਤ ਹੈ ਬਤੌਰ ਮੁੱਖ ਮੰਤਰੀ, ਤੇ ਉਹ ਪੰਜਾਬ ਦੇ ਮਸਲਿਆਂ ਵਾਲੇ ਪਾਸੇ ਹੈ। ਔਰ ਗੰਨਾ ਕਿਸਾਨਾਂ ਦੀ ਪੰਜਾਬ ਦੇ ਵਿੱਚ ਜੋ ਸਥਿਤੀ ਹੈ, ਗੰਨਾ ਬੀਜਣ ਵਾਲੇ ਕਿਸਾਨ, ਕੋਈ ਵੇਲਾ ਸੀ ਪੰਜਾਬ 'ਚ ਗੰਨੇ ਹੇਠ ਰਕਮਾਂ ਬਹੁਤ ਜ਼ਿਆਦਾ ਸੀ ਔਰ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਪੰਜਾਬ 'ਚ ਗੰਨੇ ਦੀਆਂ ਫਸਲਾਂ ਨੂੰ ਲੈ ਕੇ ਬੜੀਆਂ ਖੋਜਾਂ ਹੁੰਦੀਆਂ ਸੀ। ਔਰ ਉੱਤਰ ਪ੍ਰਦੇਸ਼ ਦੇ ਵਿੱਚ ਵੀ ਗੰਨੇ ਦੀ ਖੇਤੀ ਨੂੰ ਲੈ ਕੇ ਇਸ ਪੱਧਰ ਤੱਕ ਖੋਜਾਂ ਹੋਈਆਂ ਕਿ ਦੇਸ਼ 'ਚ ਇੱਕ ਵਾਰ ਤਾਂ ਇਹ ਲੱਗਦਾ ਸੀ ਕਿ ਗੰਨੇ ਦੀ ਉਪਜ ਦੀ ਕ੍ਰਾਂਤੀ ਆਏਗੀ। ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਗੰਨੇ ਦੀ ਖੇਤੀ ਨੂੰ ਲੈ ਕੇ ਕਈ ਤਰ੍ਹਾਂ ਦੇ ਮਿੱਤਰ ਕੀੜੇ ਛੱਡਣ ਦੇ ਰਿਸਰਚਾਂ ਦੇ ਪ੍ਰੋਜੈਕਟਾਂ 'ਤੇ ਵੀ ਖੋਜ ਹੋਈ। ਮਿੱਤਰ ਕੀੜੇ ਕਹਿੰਦੇ ਨੇ ਫਰੈਂਡਲੀ ਇਨਸੈਕਟਸ। ਸੋ ਉਹ ਗੰਨੇ ਦੀ ਖੇਤੀ ਨੂੰ ਲੈ ਕੇ ਵੀ ਹੋਏ, ਹੋਰ ਫਸਲਾਂ ਨੂੰ ਲੈ ਕੇ ਵੀ ਹੋਏ। ਕਿਉਂ? ਕਿਉਂਕਿ ਸਾਡੀ ਆਰਥਿਕਤਾ 'ਚ ਗੰਨਾ ਇੱਕ ਬਹੁਤ ਵੱਡੀ ਭੂਮਿਕਾ ਅਦਾ ਕਰ ਸਕਦਾ ਹੈ। ਅੱਜ ਕੱਲ੍ਹ ਤਾਂ ਚਲੋ ਕਈ ਅਜਿਹੇ ਆ ਗਏ, ਅਸੀਂ ਜਿਵੇਂ ਅੱਜ ਕੱਲ੍ਹ ਕਹਿੰਦੇ ਹਾਂ ਕਿ ਮਿੱਠਾ ਆ ਗਿਆ ਜਿਹਦੇ 'ਚ ਸ਼ੂਗਰ ਨਹੀਂ, ਸ਼ੂਗਰਲੈਸ ਮਿੱਠਾ, ਉਹ ਵੀ ਸਾਡੇ ਮੈਡੀਸਨਲ ਪਲਾਂਟਸ ਹੀ ਹੁੰਦੇ ਨੇ ਕਈ। ਪਰ ਗੰਨਾ ਪਾਰੰਪਰਿਕ ਤੌਰ ਦੇ ਉੱਤੇ ਜਿਹੜਾ ਗੰਨਾ ਹੈ ਉਹ ਖੰਡ ਦਾ ਸਰੋਤ ਹੈ, ਗੁੜ ਦਾ ਸਰੋਤ ਹੈ। ਹੁਣ ਪੰਜਾਬ 'ਚ ਖੇਤੀ ਤਾਂ ਘਟ ਗਈ, ਬਾਜ਼ਾਰ 'ਚ ਖੰਡ ਦੇਖੋ ਕਿੱਡੀ ਮਹਿੰਗੀ ਹੈ, ਗੁੜ ਕਿੱਡਾ ਮਹਿੰਗਾ ਹੈ, ਪਰ ਕਿਸਾਨਾਂ ਨੂੰ ਪੈਸੇ ਕਿਉਂ ਨਹੀਂ ਮਿਲਦੇ? ਕਿਉਂਕਿ ਸਾਡੇ ਮੰਡੀਕਰਨ ਦੀ ਵਿਵਸਥਾ ਨਹੀਂ, ਬਾਜ਼ਾਰੀਕਰਨ ਦੀ ਵਿਵਸਥਾ ਨਹੀਂ ਗੰਨੇ ਲਈ, ਔਰ ਸਰਕਾਰ ਦੀ ਸਪਸ਼ਟ ਨੀਤੀ ਨਹੀਂ ਹੈ। ਆਪਾਂ ਨਾਮ ਬੜੇ ਸੁਣਦੇ ਹਾਂ, ਕੇਨ ਕਮਿਸ਼ਨਰ, ਗੰਨਾ ਕਮਿਸ਼ਨਰ। ਸੂਬਿਆਂ ਦੇ ਵਿੱਚ ਗੰਨੇ ਦੀ ਖੇਤੀ ਨੂੰ ਲੈ ਕੇ ਉਸ ਤਰੀਕੇ ਦੇ ਪ੍ਰਬੰਧ ਨਹੀਂ ਕੀਤੇ ਗਏ। ਇਹ ਸਭ ਤੋਂ ਵੱਡੀ ਚੁਣੌਤੀ ਹੈ ਸਾਡੇ ਕੋਲੇ।
ਅਸਲ ਦਿੱਕਤ ਫਿਰ ਖਜ਼ਾਨੇ ਨਾਲ, ਫਾਈਨਾਂਸ ਨਾਲ ਜੁੜ ਜਾਂਦੀ ਹੈ। ਹੁਣ ਲਗਭਗ 200 ਕਰੋੜ ਰੁਪਏ ਬਕਾਇਆ ਹੈ। ਕਿਸਾਨਾਂ ਨੇ ਗੰਨਾ ਬੀਜਿਆ, ਮਿਹਨਤ ਕੀਤੀ, ਡੀਜ਼ਲ ਫੂਕਿਆ, ਟਰਾਲੀਆਂ 'ਚ ਲੈ ਕੇ ਗਏ, ਟਰਾਂਸਪੋਰਟੇਸ਼ਨ ਕੀਤੀ, ਗੰਨਾ ਲਾਤਾ, ਪੈਸੇ ਨਹੀਂ ਮਿਲੇ। ਤੇ ਗੰਨਾ ਮਿੱਲਾਂ ਵਾਲਿਆਂ ਨੇ ਤਾਂ ਉਹਦੀ ਖੰਡ ਬਣਾ ਕੇ ਵੇਚ ਵੱਟ ਵੀ ਲਏ ਹੋਣੇ ਆ। ਹੁਣ ਉਹ ਘਾਟੇ 'ਚ ਨਹੀਂ, ਤੇ ਉਹ ਆਪਣੇ ਮਾੜੇ ਪ੍ਰਬੰਧਾਂ ਕਰਕੇ ਘਾਟੇ 'ਚ ਨੇ ਖੰਡ ਮਿੱਲਾਂ, ਭਾਵੇਂ ਸਹਿਕਾਰੀ ਨੇ ਭਾਵੇਂ ਪ੍ਰਾਈਵੇਟ ਹੈ। ਪ੍ਰਾਈਵੇਟ ਮਿੱਲਾਂ ਵੱਲ ਵੀ ਪੈਸਾ ਖੜਾ ਹੈ। ਉਹਨਾਂ ਵੱਲ ਕਿਉਂ ਖੜਾ ਹੈ? ਇਹ ਸਰਕਾਰ ਤੈਅ ਕਰੇ। ਪ੍ਰਾਈਵੇਟ ਮਿੱਲਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਸਰਕਾਰ ਦਿੰਦੀ ਹੈ ਤੇ ਫਿਰ ਨਿਗਰਾਨੀ ਵੀ ਰੱਖੇ। ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਮੁੱਲ ਵਧਾਉਣਗੇ ਤਾਂ ਕਿਵੇਂ ਵਧਾਉਣਗੇ, ਪੈਸਾ ਆਊ ਕਿੱਥੋਂ? ਫਿਰ ਗੱਲ ਮੁੜ ਘੁੜ ਕਹਿੰਦੇ ਗੱਲ ਉੱਥੇ ਆ ਜਾਂਦੀ ਗਗਨ, ਕਿ ਨਾ ਅਸੀਂ ਰੇਤੇ 'ਚੋਂ ਕਮਾਇਆ ਜਿੰਨਾ ਕਮਾ ਸਕਦੇ ਹਾਂ, ਨਾ ਸ਼ਰਾਬ 'ਚੋਂ ਕਮਾਇਆ ਜਿੰਨਾ ਕਮਾ ਸਕਦੇ ਹਾਂ, ਹਾਲਾਂਕਿ ਸ਼ਰਾਬ ਬੁਰਾਈ ਹੈ, ਨਾ ਅਸੀਂ ਪੰਜਾਬ ਦੇ ਪਾਣੀ ਨੂੰ ਕਮਰਸ਼ੀਅਲ ਤੌਰ ਦੇ ਉੱਤੇ ਪੀ ਕੇ ਮਾਲੀਆ ਇਕੱਠਾ ਕੀਤਾ, ਨਾ ਅਸੀਂ ਫਸਲਾਂ ਦੀ ਮਾਰਕੀਟਿੰਗ ਕੀਤੀ, ਉਹਨਾਂ 'ਚੋਂ ਗੰਨਾ ਵੀ ਇੱਕ ਹੈ, ਤੇ ਨਾ ਅਸੀਂ ਪੰਜਾਬ 'ਚ ਇਸ ਤਰੀਕੇ ਦਾ ਖੇਤੀਬਾੜੀ ਦਾ ਢਾਂਚਾ ਖੜਾ ਕਰ ਸਕੇ ਜਿਹਦੇ ਨਾਲ ਕਿਸਾਨ ਆਪਣੇ ਉਤਪਾਦਨ ਨੂੰ ਪੰਜਾਬ 'ਚੋਂ ਬਾਹਰ ਹੀ ਵੇਚਦੇ ਸਿੱਧਾ। ਜਿਨ੍ਹਾਂ ਦੀ MSP ਜਾਂ ਖਰੀਦ ਵਿਵਸਥਾ ਹੈ ਨਹੀਂ। ਇੱਥੇ ਤਾਂ MSP ਵਾਲਾ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਨੇ, ਔਰ ਸਿੱਧਾ ਦੋਸ਼ ਕੇਂਦਰ ਸਰਕਾਰ ਵੱਲ ਦੇਣਾ ਮੈਨੂੰ ਲੱਗਦਾ ਹੈ ਇਹ ਨਾਇਨਸਾਫੀ ਹੋਏਗੀ। ਹੁਣ ਇੱਥੇ ਤਾਂ UP ਬਿਹਾਰ ਤੋਂ ਝੋਨਾ ਲਿਆ ਕੇ ਵੀ ਪੰਜਾਬ ਦੀ MSP ਤੇ ਠੱਗ ਲੋਕ ਵੇਚ ਜਾਂਦੇ ਆ। ਹੁਣ ਉਹ 'ਚ ਕੇਂਦਰ ਸਰਕਾਰ ਕੀ ਕਰੇ? ਇਸੇ ਕਰਕੇ ਕੇਂਦਰ ਨੇ ਜਿਹੜੀਆਂ ਚੋਰ ਮੋਰੀਆਂ ਨੇ ਨਾ ਗਗਨ, ਉਹ ਬੰਦ ਕਰਨ ਦੇ ਯਤਨ ਕੀਤੇ ਹੋਏ ਨੇ। ਕਣਕ ਝੋਨੇ 'ਚ ਵੀ ਕਿਸਾਨਾਂ ਦੇ ਖਾਤੇ 'ਚ ਪੈਸੇ ਪਾਵਾਂਗੇ ਤਾਂ ਕਿ ਫਰਾਡ ਨਾ ਹੋਣ। ਆ ਪੰਜਾਬ ਦੀਆਂ ਮੰਡੀਆਂ 'ਚ ਜੋ ਕੁਝ ਵਾਪਰਦਾ ਹੈ, ਇਹ ਜਵਾਬ ਦੇਣੇ ਨਾ ਸਾਡੇ ਮੰਤਰੀ। ਇਹੀ ਕਾਰਨ ਨੇ ਵੀ ਖਜ਼ਾਨਾ ਤਾਂ ਭਰਿਆ ਨਹੀਂ ਸਾਡਾ। ਖਾਂਦੀ ਖਜ਼ਾਨੇ ਦੇ ਨਾਲ ਹੁਣ ਕੀ ਕਰਨਗੇ? ਹੁਣ ਹਰਿਆਣੇ ਵਰਗੇ ਸੂਬੇ 'ਚ ਗੰਨੇ ਦਾ ਮੁੱਲ ਜ਼ਿਆਦਾ ਪੰਜਾਬ ਨਾਲੋਂ, ਦੱਸੋ। ਖੇਤੀ ਪ੍ਰਧਾਨ ਸੂਬਾ ਅਸੀਂ, ਐਗਰੀਕਲਚਰ ਇਕੋਨਮੀ, ਐਗਰੀਕਲਚਰ ਬੇਸਡ ਇਕੋਨਮੀ ਸਾਡੀ ਪੰਜਾਬ ਦੀ। ਖੇਡਾਂ 'ਚ ਵੀ ਹਰਿਆਣਾ ਅੱਗੇ, ਕਣਕ ਝੋਨੇ 'ਚ ਵੀ ਟੱਕਰ ਤੇ ਆ ਹਰਿਆਣਾ। ਹੁਣ ਕੈਪਟਨ ਅਮਰਿੰਦਰ ਅੱਗੇ ਚੁਣੌਤੀ ਹੈ ਵੀ ਕੀ ਕਰਨਗੇ। ਪੈਸੇ ਤਾਂ ਦੇਣੇ ਹੀ ਪੈਣੇ ਕੈਪਟਨ ਸਾਹਿਬ, ਉਹਨਾਂ ਨੇ ਮਿਹਨਤ ਦੇ ਗੰਨੇ ਵੇਚੇ ਨੇ। ਸੋ ਨੀਤੀਗਤ ਡਿਸੀਜਨ ਹੋਣਾ ਬੜਾ ਜ਼ਰੂਰੀ ਹੈ। ਇੱਕ ਵਾਰੀ ਕੈਪਟਨ ਸਾਹਿਬ ਦੇ ਦੇਣ, ਮੈਂ ਤਾਂ ਕਹਿੰਦਾ 200 ਕਰੋੜ ਰੁਪਇਆ ਬਕਾਇਆ, ਮਨਪ੍ਰੀਤ ਬਾਦਲ ਉਹਨਾਂ ਨੂੰ ਕਹਿਣ ਵੀ ਕੱਢੋ ਖਜ਼ਾਨੇ 'ਚੋਂ ਪੈਸੇ। ਪੈਟਰੋਲ ਡੀਜ਼ਲ ਤੇ ਕਿੰਨੇ ਵੈਟ ਦਾ ਪੈਸਾ ਆਉਂਦਾ, ਸੋ ਥੋੜ੍ਹਾ ਜਿਹਾ ਖਰਚਾ ਸਰਕਾਰ ਆਪਣਾ ਘਟਾਵੇ, ਗਨਮੈਨ ਥੋੜ੍ਹੇ ਘਟਾਵੇ। ਜੇ ਗਨਮੈਨ ਦੇਣੇ ਹੀ ਨੇ, ਲੀਡਰਾਂ ਨੂੰ ਪ੍ਰਾਈਵੇਟ ਸਿਕਿਉਰਿਟੀ ਦੇਣੀ ਹੈ, ਤੇ ਸਰਕਾਰ ਉਹਦੇ ਲਈ ਵੀ ਫੀਸ ਰੱਖੇ। ਹੁਣ ਜੇ ਤੁਸੀਂ ਪਾਸਪੋਰਟ ਦੀ ਇਨਕੁਆਇਰੀ ਕਰਾਉਣੀ ਹੈ ਤਾਂ ਤੁਸੀਂ ਫੀਸ ਦਿੰਦੇ ਹੋ, ਤੇ ਜਿਨ੍ਹਾਂ ਨੂੰ ਗਨਮੈਨ ਦੇਣੇ ਹੈ, ਜਿਨ੍ਹਾਂ ਦੀ ਜਾਨ ਨੂੰ ਐਡਾ ਖਤਰਾ ਹੈ, ਜਿਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ, ਉਹ ਸਾਡੇ ਵਰਗੇ ਸਧਾਰਨ ਤਾਂ ਹੋਣੇ ਹੀ ਨਹੀਂ। ਫਿਰ ਉਹਨਾਂ ਨੂੰ ਕਹੋ ਭਾਈ ਖਰਚਾ ਵੀ ਤਾਰੋ। ਕਈ ਵੱਡੇ ਫੈਕਟਰੀਆਂ ਵਾਲੇ ਵੀ ਲੀਡਰ ਨੇ ਗਗਨ ਜੀ, ਕਈਆਂ ਨੇ ਟੌਰ ਟੱਪੇ ਲਈ ਗਨਮੈਨ ਲੈ ਲਏ। ਇਹ ਦੰਦੀਆਂ ਸਰਕਾਰਾਂ, ਜਿਹਦੇ ਨਾਲ ਮੁਹੱਬਤ ਹੁੰਦੀ ਲੀਡਰ ਨਾਲ, ਸਰਕਾਰ ਗਨਮੈਨ ਦੇ ਦਿੰਦੀ। ਇਹੋ ਜਿਹੇ ਖਰਚੇ ਸਰਕਾਰਾਂ ਘਟਾਉਣ। ਜੇ ਗਨਮੈਨ ਦੇਣੇ ਹੀ ਹੈ, ਉਹਨਾਂ ਤੋਂ ਫੀਸ ਲੈਣ। ਦੇਖੋ, ਪੈਸੇ ਤਾਂ ਸਰਕਾਰ ਤਾਂ ਹੀ ਕਮਾਊਗੀ ਨਾ ਜੇ ਆਪਣੀਆਂ ਸਹੂਲਤਾਂ ਦੇ ਬਦਲੇ ਕੁਝ ਖਜ਼ਾਨੇ 'ਚ ਪੈਸਾ ਆਊਗਾ, ਔਰ ਸਰਕਾਰ ਮਾਰਕੀਟਿੰਗ ਕਰੇ। ਸਭ ਤੋਂ ਤਾਂ ਵੱਡੀ ਗੱਲ ਇਹ ਹੈ ਵੀ ਖੇਤੀਬਾੜੀ ਦਾ ਮਾਰਕੀਟਿੰਗ ਦਾ ਮਹਿਕਮਾ ਹੋਣਾ ਚਾਹੀਦਾ। ਅੱਜ ਕੱਲ੍ਹ ਪੜ੍ਹੇ ਲਿਖੇ ਨੌਜਵਾਨ ਐਗਰੀਕਲਚਰ ਯੂਨੀਵਰਸਿਟੀ ਦੇ ਕਿੰਨੇ ਜਿਹੜੇ ਕਿ ਐਗਰੀਕਲਚਰ ਦੇ ਵਿੱਚ BSc ਕਰਦੇ ਨੇ, ਨਾਨ ਮੈਡੀਕਲ ਇਸ ਤਰ੍ਹਾਂ ਦੀਆਂ BSc ਐਗਰੀਕਲਚਰ ਕਰਦੇ ਨੇ। ਇਹੋ ਜਿਹੇ ਲੋਕ ਮੈਡੀਸਨ ਨਾਲ ਜੁੜੇ ਪੜ੍ਹਾਈਆਂ ਕਰਦੇ ਨੇ। ਐਗਰੀਕਲਚਰ ਦੀ ਤਾਂ ਇੰਜੀਨੀਅਰਿੰਗ ਹੈ, ਮਸ਼ੀਨੀਕਰਨ ਅਸੀਂ ਜਿਹਨੂੰ ਕਹਿੰਦੇ ਹਾਂ, ਮੈਕਨਾਈਜੇਸ਼ਨ। ਸੋ ਇਹੋ ਜਿਹਾ ਮਹਿਕਮਾ ਬਣਾ ਕੇ ਨਾਲੇ ਰੁਜ਼ਗਾਰ ਦੇਣ, ਨਾਲੇ ਕੋਟ ਟਾਈ ਵਾਲੇ ਸਾਡੇ ਨੌਜਵਾਨਾਂ ਨੂੰ ਲਾਉਣ ਜਿੰਮੇ ਵੀ ਕਾਕਾ ਤੂੰ ਅੰਬ ਵੇਚ, ਤੂੰ ਕਿੰਨੂ ਦੀ ਮਾਰਕੀਟਿੰਗ ਕਰ, ਤੂੰ ਝੋਨੇ ਦੇ ਬਾਜ਼ਾਰ ਲੱਭ, ਤੇ ਫਿਰ ਕੰਮ ਚੱਲਣਾ ਪੰਜਾਬ ਦਾ। ਐਵੇਂ ਆਪਾਂ ਕੇਂਦਰ ਵੱਲ ਟੇਕ ਲਾ ਕੇ ਬੈਠੇ ਰਹੀਏ, ਕਿੰਨੀ ਕੁ ਦੇਰ ਹੋਣਾ ਜੀ ਇਹ ਕੰਮ? ਇਹੀ ਅੜਿੱਕਾ ਹੈ ਮੁੱਖ ਰੂਪ ਦੇ ਵਿੱਚ। ਔਰ ਜਦੋਂ ਆ ਕਿਸਾਨ ਅੰਦੋਲਨ ਵੀ ਚੱਲਿਆ ਵੱਡਾ ਦਿੱਲੀ ਵਾਲਾ, ਪੰਜਾਬ ਵਾਲਿਆਂ ਨੇ ਜਿਵੇਂ ਆਪਾਂ ਖਾਲ ਦਾ ਨੱਕਾ ਮੋੜ ਦਿੰਦੇ ਹਾਂ ਨਾ, ਪਾਣੀ ਦਾ ਮੂੰਹ ਉੱਧਰ ਨੂੰ ਖੋਲ੍ਹਤਾ, ਕਿਸਾਨ ਅੰਦੋਲਨ ਦਾ ਮੂੰਹ ਦਿੱਲੀ ਵੱਲ ਨੂੰ ਖੋਲ੍ਹਤਾ। अब पता नहीं हुण कहंदे विधान सभा का सैशन आउणा गगन छेती, देखदे आं भी आ कानून रद्द करदे ने मुख मंत्री साहब
ਕਿਉਂਕਿ ਸਮਰਥਨ ਕਿਸਾਨ ਅੰਦੋਲਨ ਦਾ ਕਰ ਰਹੇ ਆ। ਕੀ ਪੀਪੀਏ ਬਿਜਲੀ ਦੇ ਸਮਝੌਤੇ ਰੱਦ ਕਰਨਗੇ? ਸੋ ਬੜੀਆਂ ਗੱਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਣੀਆਂ ਨੇ। ਔਰ ਮੈਂ ਤਾਂ ਹਮੇਸ਼ਾ ਇਹ ਚਾਹੁੰਦਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਮੰਗ ਕਰਦੇ ਨੇ ਵੀ ਮੋਦੀ ਸਾਹਿਬ ਕਿਸਾਨਾਂ ਦਾ ਮਸਲਾ ਹੱਲ ਕਰੋ। ਕੈਪਟਨ ਸਾਹਿਬ ਪਹਿਲਾਂ ਗੰਨੇ ਵਾਲਾ ਮਸਲਾ ਤਾਂ ਹੱਲ ਕਰ ਦਿਓ। ਧਰਨੇ ਨੇ ਸਰਕਾਰ ਨੂੰ ਦਿਖਾਤਾ ਵੀ ਇਕੱਲੇ ਦਿੱਲੀ 'ਚ ਨਹੀਂ ਧਰਨਾ, ਪੰਜਾਬ 'ਚ ਵੀ ਆ। ਦੇਖ ਲਓ, ਪਤਾ ਨਹੀਂ ਇਹ ਕੱਚਾ ਕਦੋਂ ਪੱਕਾ ਹੋ ਜੇ ਮਸਲਾ ਨਾ ਨਿਬੜਿਆ। ਬਾਕੀ ਇਹ ਚੁਣੌਤੀ ਹੈ ਕੈਪਟਨ ਅਮਰਿੰਦਰ ਅੱਗੇ। ਪੈਸੇ ਤਾਂ ਇੱਧਰੋਂ ਉੱਧਰੋਂ ਕਿਸੇ ਮਹਿਕਮੇ 'ਚੋਂ ਕੱਢ ਕੇ ਸਹਿਕਾਰੀ ਮਿੱਲਾਂ ਨੂੰ ਦੇ ਕੇ ਕਿਸਾਨਾਂ ਦਾ ਭਾਰ ਲਾਉਣਾ ਹੀ ਪੈਣਾ, ਨਹੀਂ ਤਾਂ ਚੱਲਣਾ ਨਹੀਂ ਕੰਮ। ਬਿਲਕੁਲ, ਸੋ ਜ਼ਰੂਰ ਹੈ ਕਿ ਅੱਜ ਚੁਣੌਤੀ ਵੱਡੀ ਹੋਏਗੀ ਜੇਕਰ ਅੱਜ ਦੀ ਮੀਟਿੰਗ ਵੀ ਕਿਸੇ ਸਿੱਟੇ ਦੇ ਉੱਤੇ ਕਿਸਾਨਾਂ ਦੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਾਲ ਨਹੀਂ ਪਹੁੰਚਦੀ ਤਾਂ ਇਸ ਤੋਂ ਬਾਅਦ ਕਿਸਾਨਾਂ ਦਾ ਕੀ ਰੁਖ ਰਹੇਗਾ। ਕਿ ਉਦੋਂ ਤੱਕ ਇਹ ਅਣਮਿੱਥੇ ਸਮੇਂ ਲਈ ਧਰਨਾ ਚੱਲਦਾ ਰਹੇਗਾ, ਇਸ ਦੇ ਉੱਤੇ ਵੀ ਚਰਚਾ ਰਹੇਗੀ। ਡੱਲਾ ਸਾਹਿਬ, ਉੱਧਰ ਦਿੱਲੀ ਵਾਲੇ ਧਰਨੇ ਨੂੰ ਲੈ ਕੇ ਵੀ ਕਹਿੰਦੇ ਕਿ ਦੇਸ਼ ਦੀ ਸਰਵਉੱਚ ਅਦਾਲਤ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਕਿ ਬਹੁਤਾ ਸਮਾਂ ਤੱਕ ਜਿਹੜੀਆਂ ਸੜਕਾਂ ਬੰਦ ਕਰਕੇ ਨਹੀਂ ਰੱਖੀਆਂ ਜਾ ਸਕਦੀਆਂ, ਅਣਮਿੱਥੇ ਸਮੇਂ ਤੱਕ ਲਈ ਸੜਕਾਂ ਦੇ ਉੱਤੇ ਅਜਿਹਾ ਕੁਝ ਨਹੀਂ ਚੱਲ ਸਕਦਾ ਤੇ ਕੇਂਦਰ ਸਰਕਾਰ ਆਉਣ ਵਾਲੇ 15 ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਕੋਈ ਹੱਲ ਕੱਢੇ ਤਾਂ ਜੋ ਸੜਕਾਂ ਖਾਲੀ ਹੋ ਸਕਣ ਤੇ ਕਿਸਾਨ ਘਰਾਂ ਨੂੰ ਪਰਤਣ ਤੇ ਹੱਲ ਕਿਸੇ ਸੁਖਾਵੇਂ ਢੰਗ ਦੇ ਨਾਲ ਹੋ ਸਕੇ। ਦੇਖੋ, ਮੈਨੂੰ ਲੱਗਦਾ ਅਗਰ ਸਰਕਾਰ ਨੇ ਸੜਕਾਂ ਖਾਲੀ ਕਰਾ ਲਿਆ ਉਹਦਾ ਮਤਲਬ ਹੈ ਕਿਸਾਨ ਅੰਦੋਲਨ ਦਾ ਹੱਲ ਕੱਢ ਲਿਆ। ਸੋ ਮੋਦੀ ਸਾਹਿਬ ਔਰ ਬੀਜੇਪੀ ਦੇ ਲੀਡਰਾਂ ਤੋਂ ਆਸ ਹੈ, ਕਹਿੰਦੇ ਨੇ ਦੇਰ ਆਏ ਦਰੁਸਤ ਆਏ। ਜੇ ਹੁਣ ਵੀ ਕਿਸਾਨ ਅੰਦੋਲਨ ਦਾ ਹੱਲ ਨਿਕਲ ਜੇ, ਕਿਸਾਨਾਂ ਨੂੰ ਗਲਵੱਕੜੀ 'ਚ ਲੈ ਕੇ ਮੋਦੀ ਸਾਹਿਬ ਫੈਸਲੇ ਕਰ ਦੇਣ ਤੇ ਉਹਦੇ ਵਰਗੀ ਰੀਸ ਨਹੀਂ। ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਬੀਜੇਪੀ ਔਰ ਪ੍ਰਧਾਨ ਮੰਤਰੀ ਸਾਹਿਬ ਦੀ ਬੱਲੇ ਬੱਲੇ ਹੋ ਜੂ, ਨਾਲੇ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਮੁਕਾਬਲੇ 'ਚ ਆ ਜੂ ਸਿਆਸੀ ਤੌਰ 'ਤੇ। ਔਰ ਸੁਪਰੀਮ ਕੋਰਟ ਨੇ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਦੀ ਸੁਣਵਾਈ ਦੇ ਦੌਰਾਨ ਇਹ ਜ਼ਿਕਰ ਕੀਤਾ ਵੀ ਸੜਕਾਂ ਨੂੰ ਅਸੀਂ ਬਹੁਤੇ ਸਮੇਂ ਤੱਕ ਮੱਲ ਨਹੀਂ ਸਕਦੇ। ਔਰ ਕਿਸਾਨ ਤਾਂ ਕਹਿੰਦੇ ਅਸੀਂ ਸੜਕਾਂ ਛੱਡਣ ਨੂੰ ਤਿਆਰ ਹਾਂ, ਸਾਡਾ ਸੁਪਰੀਮ ਕੋਰਟ ਹੀ ਹੱਲ ਕਰਾ ਦੇ। ਕਹਿੰਦੇ ਸੁਪਰੀਮ ਕੋਰਟ ਹੀ ਖੇਤੀ ਕਾਨੂੰਨਾਂ 'ਤੇ ਕੋਈ ਫੈਸਲਾ ਕਰ ਦੇ। ਹੁਣ ਇਹ ਤਕਨੀਕੀ ਮਾਮਲੇ ਵੀ ਨੇ, ਅਦਾਲਤੀ ਮਾਮਲੇ ਵੀ ਨੇ, ਪਾਰਲੀਮੈਂਟ ਨਾਲ ਜੁੜੇ ਹੋਏ ਮਾਮਲੇ ਵੀ ਨੇ, ਕਾਨੂੰਨੀ ਮਾਮਲੇ ਵੀ ਨੇ। ਪਰ ਮੁਲਕ ਦਾ ਪ੍ਰਧਾਨ ਮੰਤਰੀ ਦੇਸ਼ ਦੇ ਕਿਸੇ ਵੀ ਮਸਲੇ ਨੂੰ ਨਿਬੇੜਨ 'ਚ ਅਗਰ ਰੁਚੀ ਦਿਖਾਵੇ ਕਿ ਉਹ ਮਸਲਾ ਨਿਬੜ ਸਕਦਾ। ਸੋ ਬੇਨਤੀ ਮੋਦੀ ਸਾਹਿਬ ਨੂੰ ਹੀ ਹੈ ਵੀ ਤੁਸੀਂ ਹੀ ਹਿੰਮਤ ਮਾਰੋ, ਐਡੇ ਐਡੇ ਵੱਡੇ ਮਸਲੇ ਤੁਸੀਂ ਨਿਬੇੜਤੇ, ਧਾਰਾ ਹਟਾਤੀ ਤੁਸੀਂ ਤਾਂ ਕਸ਼ਮੀਰ ਵਾਲੀ। ਸੋ ਇਹ ਨਿਬੇੜ ਜੇ ਅਗਰ ਭਾਰਤੀ ਜਨਤਾ ਪਾਰਟੀ ਤਾਂ ਚੰਗੀ ਗੱਲ ਹੈ। ਪਰ ਪੰਜਾਬ ਦੇ ਬੀਜੇਪੀ ਵਾਲੇ ਗਗਨ ਮੈਨੂੰ ਪਤਾ ਲੱਗਿਆ ਬੜੇ ਖੁਸ਼ ਨੇ। ਉਹਨਾਂ ਨੂੰ ਲੱਗਦਾ ਵੀ ਕੇਂਦਰ ਸਰਕਾਰ ਕੋਈ ਨਾ ਕੋਈ ਹੀਲਾ ਕੱਢੂਗੀ ਔਰ ਉਹਦੇ ਨਾਲ ਪੰਜਾਬ ਦੀ ਬੀਜੇਪੀ ਨੂੰ ਇੱਕ ਰੌਸ਼ਨੀ ਜਾਗੀ ਹੈ ਵੀ ਜੇ 15-20 ਦਿਨਾਂ 'ਚ ਕਿਸਾਨ ਅੰਦੋਲਨ ਨਿਬੇੜਤਾ ਭਾਰਤੀ ਜਨਤਾ ਪਾਰਟੀ ਨੇ ਤੇ ਉਹਦੇ ਨਾਲ ਪੰਜਾਬ 'ਚ ਸਿਆਸੀ ਤੌਰ 'ਤੇ ਫੇਰ ਬੀਜੇਪੀ ਆਪਣੇ ਪੈਰ ਜਮਾ ਸਕਦੀ ਹੈ। ਔਰ ਕੁਝ ਪੰਜਾਬ ਦੀ ਬੀਜੇਪੀ ਇਕਾਈ ਇਸ ਗੱਲ ਤੋਂ ਨਾਰਾਜ਼ ਵੀ ਹੈ ਅਕਾਲੀ ਦਲ ਤੋਂ, ਕਿਉਂਕਿ ਅਕਾਲੀ ਦਲ ਵਾਲੇ ਬਹੁਤ ਸਾਰੇ ਬੀਜੇਪੀ ਦੇ ਲੀਡਰਾਂ ਨੂੰ ਆਪਣੇ ਨਾਲ ਲੈ ਕੇ ਚਲੇ ਗਏ। ਸੋ ਬੀਜੇਪੀ ਨੂੰ ਇਹ ਗੱਲ ਸੂਈ ਵਾਂਗ ਚੁੱਭ ਰਹੀ ਹੈ ਕਿ ਸਾਡੇ ਪੁਰਾਣੇ ਲੀਡਰ ਅਕਾਲੀ ਦਲ ਨੇ ਤੋੜ ਲਏ ਜਾਂ ਉਹ ਆਪ ਟੁੱਟ ਕੇ ਚੱਲ ਗਏ। ਔਰ ਹੁਣ ਹਜੇ ਤੱਕ ਬੀਜੇਪੀ ਨੇ ਅਕਾਲੀ ਦਲ ਦੇ ਵੱਡੇ ਲੀਡਰਾਂ 'ਚ ਜਾਂ ਅਕਾਲੀ ਦਲ 'ਚ ਕੋਈ ਤਰੇੜ ਨਹੀਂ ਸੀ। ਭਾਈ ਦੇਖੋ, ਸਿਆਸੀ ਪਾਰਟੀਆਂ ਕੋਲੇ ਨਾ ਸਾਰੇ ਹੁਨਰ ਹੁੰਦੇ, ਗੁਪਤ ਰੰਦੇ ਹੁੰਦੇ ਪੋਲੀਟੀਕਲ ਪਾਰਟੀਆਂ ਕੋਲੇ, ਗੁਪਤ ਰੰਦੇ, ਤੇ ਉਹ ਲੀਡਰ ਫਿਰ ਇੱਧਰ ਉੱਧਰ ਨੂੰ ਜਾਂਦੇ ਆ। ਹੁਣ ਜੇ ਅਕਾਲੀ ਦਲ ਦੀ ਕੰਧ 'ਚੋਂ ਇੱਟਾਂ ਲਾਈਆਂ, ਜੇ ਬੀਜੇਪੀ ਦੀ ਕੰਧ 'ਚੋਂ ਇੱਟਾਂ ਲਾਈਆਂ ਅਕਾਲੀ ਦਲ ਨੇ, ਤੇ ਹੁਣ ਬੀਜੇਪੀ ਵਾਲੇ ਵੀ ਉਹੀ ਕੰਮ ਕਰ ਸਕਦੇ ਆ। ਹੁਣ ਅਕਾਲੀ ਦਲ ਨੂੰ ਵੀ ਖਿਆਲ ਰੱਖਣ ਦੀ ਲੋੜ ਹੈ ਕਿਤੇ ਅਕਾਲੀ ਦਲ ਦੇ ਨਾਰਾਜ਼ ਲੀਡਰਾਂ ਨੂੰ ਬੀਜੇਪੀ ਨਾਲ ਲੈ ਜੇ। ਕਿਤੇ ਸੁਖਬੀਰ ਅਕਾਲੀ ਦਲ ਦੇ ਪ੍ਰਧਾਨ ਸੋਚਦੇ ਹੋਣ ਵੀ ਬੀਜੇਪੀ ਦੇ ਨਾਰਾਜ਼ ਲੀਡਰ ਲਿਆ ਕੇ ਆਪਾਂ ਖੜੇ ਕਰ ਦਈਏ ਅਕਾਲੀ ਦਲ ਵੱਲੋਂ, ਕਿਤੇ ਬੀਜੇਪੀ ਅਕਾਲੀ ਦਲ ਦੇ ਨਾਰਾਜ਼ ਲੀਡਰ ਲਿਜਾ ਕੇ ਨਾ ਖੜੇ ਕਰਦੇ ਅਕਾਲੀ ਦਲ ਦੇ ਸਾਹਮਣੇ। ਸੋ ਇਹੋ ਜਿਹਾ ਕੁਝ ਕਾਫੀ ਹੁੰਦਾ ਚੋਣਾਂ ਦੇ ਦਿਨਾਂ 'ਚ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਿਸਾਨ ਅੰਦੋਲਨ ਅਗਰ ਨਿਬੜ ਗਿਆ ਤੇ ਬੀਜੇਪੀ ਨੇ ਫਿਰ ਸਰਗਰਮ ਹੋ ਜਾਣਾ ਪੰਜਾਬ 'ਚ। ਉਹ ਹੁਣ ਵੀ ਬੀਜੇਪੀ ਪੰਜਾਬ 'ਚ ਸਰਗਰਮੀ ਦਿਖਾ ਰਹੀ ਹੈ ਪੂਰੀ। ਔਰ ਆਪਾਂ ਇਹ ਨਾ ਸਮਝੀਏ ਕਿ ਬੀਜੇਪੀ ਦਾ ਵੋਟ ਬੈਂਕ ਸਿਰਫ ਕਿਸਾਨੀ ਹੈ। ਜਿਹੜਾ ਗੈਰ ਕਿਸਾਨੀ ਵੋਟ ਬੈਂਕ ਹੈ ਬੀਜੇਪੀ ਦਾ, ਉਹ ਵੀ ਇੱਟ ਵਾਂਗ ਪੱਕਾ। ਬਹੁਤ ਸਾਰੇ ਸਿਆਸੀ ਲੀਡਰ ਜਦੋਂ ਆਂਕਲਨ ਕਰਦੇ ਨੇ, ਐਨਾਲਿਸਿਸ ਕਰਦੇ ਨੇ, ਉਹ ਸਮਝਦੇ ਨੇ ਕਿ ਪੰਜਾਬ 'ਚ ਬੀਜੇਪੀ ਜ਼ੀਰੋ ਹੈ। ਅਜਿਹਾ ਨਹੀਂ ਹੈ। ਗੈਰ ਕਿਸਾਨੀ ਵੋਟ ਬੈਂਕ ਬੀਜੇਪੀ ਦਾ ਉਸੇ ਤਰ੍ਹਾਂ ਖੜਾ ਹੈ ਗਗਨ ਜੀ। ਔਰ ਗੈਰ ਕਿਸਾਨੀ ਵੋਟ ਬੈਂਕ ਦੇ ਸਹਾਰੇ ਬੀਜੇਪੀ ਲਗਾਤਾਰ ਮੀਟਿੰਗਾਂ ਉਹਨਾਂ ਦੀਆਂ ਚੱਲੀ ਜਾਂਦੀਆਂ ਨੇ ਅੰਦਰ ਖਾਤੇ ਤਾਂ।
ਗੁਪਚੁਪ। ਸੋ ਮੁਕਾਬਲੇ 'ਚੋਂ ਬਾਹਰ ਨਹੀਂ ਬੀਜੇਪੀ। ਸੋ ਪਰ ਪੰਜਾਬ ਬੀਜੇਪੀ ਵੀ ਹੁਣ ਕੇਂਦਰ ਸਰਕਾਰ ਤੇ ਜ਼ੋਰ ਪਾਊਗੀ ਵੀ ਤੁਸੀਂ, ਅਸੀਂ ਚੋਣਾਂ ਆ ਰਹੀਆਂ ਸਾਡੀਆਂ ਭਾਈ, ਕਰੋ ਹੀਲਾ ਕੋਈ। ਸੋ ਹੁਣ ਬੀਜੇਪੀ ਪੰਜਾਬ ਵਾਲੇ ਲੀਡਰ ਨੇ ਜਿਹੜੇ ਉਹ ਜ਼ਿਆਦਾ ਹੁੰਗਾਰਾ ਦੇਣਗੇ ਔਰ ਉਹਦਾ ਮੈਨੂੰ ਲੱਗਦਾ ਫਾਇਦਾ ਬੀਜੇਪੀ ਨੂੰ ਵੀ ਮਿਲ ਜੂ। ਔਰ ਮੈਂ ਕਹਿੰਦਾ ਬੀਜੇਪੀ ਵਾਲੇ ਲੈ ਜਾਣ ਫਾਇਦਾ, ਜਿੱਤ ਜਾਣ 5-7 ਸੀਟਾਂ 10 ਸੀਟਾਂ ਬਣਾ ਜਾਣ ਸਰਕਾਰ, ਪਰ ਕਿਸਾਨਾਂ ਦਾ ਮਸਲਾ ਹੱਲ ਹੋ ਜਾਏ ਨਾ, ਕਿੱਡੀ ਚੰਗੀ ਗੱਲ ਹੈ। ਗੱਲ ਕਿਸਾਨੀ ਦੀ ਹੈ ਜਿਹਦੇ ਤੇ ਆਰਥਿਕਤਾ ਖੜੀ ਹੈ ਸਾਡੀ ਹਰ ਪੰਜਾਬੀ ਦੀ। ਬਿਲਕੁਲ ਸੋ ਜ਼ਰੂਰ ਹੈ ਕਿ ਕਿਸਾਨਾਂ ਦਾ ਹੱਲ ਹੋਣਾ ਜ਼ਰੂਰੀ ਹੈ ਤੇ ਕੇਂਦਰ ਸਰਕਾਰ ਨੂੰ ਇਸ ਨੂੰ ਲੈ ਕੇ ਹੁਣ ਹੱਲ ਕੱਢ ਲੈਣਾ ਚਾਹੀਦਾ, ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ। ਦੁਬਾਰਾ ਉਹੀ ਦਿਨ ਫਿਰ ਪਰਤਣ ਵਾਲੇ ਨਹੀਂ ਜਿਨ੍ਹਾਂ ਦਿਨਾਂ ਦੇ ਵਿੱਚ ਕਿਸਾਨ ਦਿੱਲੀ ਦੇ ਵੱਲ ਗਏ ਸੀ। ਸੋ ਵੇਖਦੇ ਹਾਂ ਕਿ ਸਾਲ ਦਾ ਸਮਾਂ ਤਾਂ ਨਾ ਪੂਰਾ ਕਰਦੇ ਦਿੱਲੀ ਦੇ ਬਾਰਡਰਾਂ ਤੇ ਸਰਕਾਰ, ਉਸ ਤੋਂ ਪਹਿਲਾਂ ਕੋਈ ਹੱਲ ਜ਼ਰੂਰ ਨਿਕਲਣਾ ਚਾਹੀਦਾ। ਸੋ ਡੱਲਾ ਸਾਹਿਬ, ਉਧਰ ਦੂਜੇ ਪਾਸੇ ਕਸ਼ਮੀਰ ਦੀ ਗੱਲ ਵੀ ਤੁਸੀਂ ਕੀਤੀ, ਜੋ ਕੇਂਦਰ ਸਰਕਾਰ ਨੇ ਫੈਸਲਾ ਲਿਆ ਸੀ ਕਸ਼ਮੀਰ ਨੂੰ ਲੈ ਕੇ। ਇੱਕ ਬਿਆਨ ਸਿੱਧੂ ਸਾਹਿਬ ਦੇ ਐਡਵਾਈਜ਼ਰ ਦੇ ਵੱਲੋਂ ਦਿੱਤਾ ਗਿਆ ਸੀ, ਉਸ ਬਿਆਨ ਦੇ ਉੱਤੇ ਪ੍ਰੈਸ ਕਾਨਫਰੰਸਾਂ ਵੀ ਹੋ ਰਹੀਆਂ ਨੇ। ਗੱਲ ਇਹ ਹੋਗੀ ਕਿ ਹਾਈ ਕਮਾਨ ਤੱਕ ਤੋਂ ਸਵਾਲ ਪੁੱਛੇ ਜਾ ਰਹੇ ਨੇ ਕਿ ਇਸ ਦੇ ਉੱਤੇ ਜਵਾਬ ਹਾਈ ਕਮਾਨ ਦੇਵੇ। ਹਾਲਾਂਕਿ ਜੋ ਮਸਲਾ ਸੀ ਉਹ ਸਿੱਧੂ ਸਾਹਿਬ ਦੇ ਐਡਵਾਈਜ਼ਰ ਦਾ ਸੀ। ਨਹੀਂ ਦੇਖੋ, ਪਹਿਲਾਂ ਤਾਂ ਮੈਂ ਸਪਸ਼ਟ ਕਰਦਾ, ਜਿਹੜੇ ਐਡਵਾਈਜ਼ਰ ਹੁੰਦੇ ਨੇ ਨਾ, ਜਿਵੇਂ ਮੈਨੂੰ ਵੀ ਉਹਨਾਂ ਨੇ ਮੀਡੀਆ ਐਡਵਾਈਜ਼ਰ ਨਿਯੁਕਤ ਕਰਤਾ, ਮੈਂ ਕੋਈ ਕਾਂਗਰਸ ਪਾਰਟੀ ਨਹੀਂ ਜੁਆਇਨ ਕੀਤੀ। ਹੁਣ ਪ੍ਰਸ਼ਾਂਤ ਕਿਸ਼ੋਰ ਵਰਗੇ ਜਿਹੜੇ ਪ੍ਰੋਫੈਸ਼ਨਲ ਨੇ, ਕਦੀ ਉਹ ਮੋਦੀ ਸਾਹਿਬ ਦੇ ਨਾਲ ਸੀ, ਬੀਜੇਪੀ ਨਾਲ ਸੀ, ਕਦੀ ਉਹ ਮਮਤਾ ਬਨਰਜੀ ਸਾਹਿਬ ਦੇ ਨਾਲ ਸੀ, ਪਿਛਲੀ ਵਾਰੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੀ, ਫਿਰ ਨਿਤਿਸ਼ ਕੁਮਾਰ ਉਹਨਾਂ ਨੂੰ ਵੀ ਉਹਨਾਂ ਨੇ ਸੇਵਾਵਾਂ ਦਿੱਤੀਆਂ। ਸੋ ਸਲਾਹ ਤਾਂ ਆਪਾਂ ਕਿਸੇ ਦੀ ਵੀ ਲੈ ਸਕਦੇ ਹਾਂ, ਕਿਉਂਕਿ ਸਿੱਧੂ ਸਾਹਿਬ ਇਮਾਨਦਾਰ ਨੇ। ਸਿੱਧੂ ਸਾਹਿਬ ਦੇ ਜ਼ਿਹਨ 'ਚ ਪੰਜਾਬ ਦੀ ਤਰੱਕੀ ਦਾ ਨਕਸ਼ਾ ਹੈ। ਸਿੱਧੂ ਸਾਹਿਬ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਪੈਰਾਂ ਤੇ ਖੜਾ ਕਰਨ ਦੇ ਲਈ ਠੋਸ ਯੋਜਨਾ ਲੈ ਕੇ ਬੈਠੇ ਨੇ। ਸਿੱਧੂ ਸਾਹਿਬ ਕੋਲੇ ਯੋਜਨਾ ਹੈ ਕਿ ਅਸੀਂ ਰੇਤਾ ਸਰਕਾਰੀ ਵੇਚਣਾ ਹੈ। ਸਿੱਧੂ ਸਾਹਿਬ ਕੋਲੇ ਯੋਜਨਾ ਹੈ ਕਿ ਅਸੀਂ ਸ਼ਰਾਬ ਸਰਕਾਰੀ ਵੇਚਣੀ ਹੈ। ਔਰ ਮੈਂ ਚਾਹੁੰਦਾ ਪੰਜਾਬ 'ਚ ਸਰਕਾਰੀਕਰਨ ਵਧੇ, ਔਰ ਮੈਂ ਚਾਹੁੰਦਾ ਪੰਜਾਬ 'ਚ ਸਰਕਾਰੀਕਰਨ ਵਧੇ। ਮੈਂ ਚਾਹੁੰਦਾ ਪੰਜਾਬ 'ਚ ਸ਼ਰਾਬ ਸਰਕਾਰੀ ਹੋਵੇ। ਮੈਂ ਚਾਹੁੰਦਾ ਪੰਜਾਬ 'ਚ ਕੇਬਲ ਸਰਕਾਰੀ ਹੋਵੇ। ਮੈਂ ਚਾਹੁੰਦਾ ਪੰਜਾਬ 'ਚ ਇੰਨੀ ਟੈਲੀਵਿਜ਼ਨ ਇੰਡਸਟਰੀ ਹੈ, ਸਾਡੇ ਚੈਨਲ ਕੈਨੇਡਾ ਅਮਰੀਕਾ ਚੱਲੀ ਜਾਂਦੇ ਨੇ ਪੰਜਾਬ ਤੋਂ, ਪੰਜਾਬ 'ਚ ਚੱਲਣ, ਸਰਕਾਰ ਹੀਲਾ ਕਰੇ। ਇਹ ਨਹੀਂ ਵੀ ਆਪਾਂ ਕੋਈ ਕਿਸੇ ਨੂੰ ਬੰਦ ਕਰਾ ਦਿਆਂਗੇ, ਕਿਸੇ ਦੀ ਤਾਰ ਕੱਟ ਦਿਆਂਗੇ। ਨਵੀਂ ਕੇਬਲ ਪਾਓ ਸਰਕਾਰੀ, ਤਾਮਿਲਨਾਡੂ 'ਚ ਚੱਲਦੀ ਹੈ। ਮੈਂ ਚਾਹੁੰਦਾ ਪੰਜਾਬ ਦਾ ਜਿਹੜਾ ਪਾਣੀ ਹੈ, ਜਿਹੜਾ ਤਾਂ ਤੁਸੀਂ ਵਿਧਾਨ ਸਭਾ 'ਚ ਮਤਾ ਵੀ ਆ ਗਿਆ ਸੀ ਨਾ, ਦੇਖੋ ਉਦੋਂ ਕੈਪਟਨ ਅਮਰਿੰਦਰ ਸਿੰਘ ਵੀ ਸੀਗੇ, ਅਕਾਲੀ ਦਲ ਵਾਲੇ ਵੀ ਸੀ। ਇਹ ਮੇਰਾ ਖਿਆਲ ਦਸੰਬਰ 16 'ਚ ਪਾਇਆ ਸੀ ਇਹਨਾਂ ਨੇ ਮਤਾ, ਮੈਂ ਵੀ ਵਿਧਾਨ ਸਭਾ 'ਚ ਹੀ ਸੀ, ਵੀ ਆਪਾਂ ਬਿੱਲ ਵਸੂਲਾਂਗੇ। ਕਿੱਥੇ ਗਏ ਉਹ ਮਤੇ, ਕਿੱਥੇ ਗਏ ਵਾਅਦੇ? ਤੇ ਤੁਸੀਂ ਨਹਿਰਾਂ ਦਾ ਬਿੱਲ ਨਹੀਂ ਵਸੂਲਣਾ ਕੋਈ ਕਾਨੂੰਨਨ, ਤੁਸੀਂ ਕਮਰਸ਼ੀਅਲ ਜਿਹੜਾ ਪਾਣੀ ਫਾਲਤੂ ਜਾਈ ਜਾਂਦਾ ਪਾਕਿਸਤਾਨ ਨੂੰ, ਰਾਵੀ ਦਾ ਹੱਦਾਂ ਟੱਪ ਕੇ ਉੱਧਰ ਚਲਿਆ ਜਾਂਦਾ ਫਾਲਤੂ, ਹਰੀਕੇ ਪਤਨ ਤੋਂ ਚਲਾ ਜਾਂਦਾ, ਉਹਨੂੰ ਹੀ ਸਾਂਭ ਲਈਏ ਆਪਾਂ ਬੋਤਲਬੰਦ ਪਾਣੀ ਬਾਹਰਲੇ ਸੂਬਿਆਂ 'ਚੋਂ ਆਉਂਦਾ ਪੰਜਾਬ 'ਚ, ਅਸੀਂ ਪੰਜਾਬ ਦਾ ਬੋਤਲਬੰਦ ਪਾਣੀ ਸਤਲੁਜ, ਰਾਵੀ, ਬਿਆਸ ਕਿਉਂ ਨਾ ਪਿਲਾਈਏ ਲੋਕਾਂ ਨੂੰ? ਮੈਂ ਇਹੋ ਜਿਹੇ ਸੁਝਾਅ ਦੇਣਾ ਚਾਹੁੰਦਾ। ਪੰਜਾਬ ਦੇ ਵਿੱਚ ਰੋਡਵੇਜ਼, ਟਰਾਂਸਪੋਰਟ, ਸੋਸ਼ਲ ਮੀਡੀਆ 'ਤੇ ਕਿੰਨੀਆਂ ਨੌਕਰੀਆਂ ਪੰਜਾਬ 'ਚ ਪੈਦਾ ਕੀਤੀਆਂ ਜਾ ਸਕਦੀਆਂ ਨੇ। ਹੱਥੀਂ ਹੁਨਰ ਪੰਜਾਬ ਦੇ ਉਦਯੋਗਾਂ ਨੂੰ ਕਿੰਨਾ ਵਿਕਸਿਤ ਕੀਤਾ ਜਾ ਸਕਦਾ। ਕੋਈ ਯੋਜਨਾ, ਇਹੋ ਜਿਹੀਆਂ ਸਲਾਹਾਂ ਤਾਂ ਕਿ ਸਾਰੇ ਆਪਣੇ ਪੈਰੀ ਖੜੇ ਹੋਣ। ਸੋ ਕੋਈ ਵੀ ਸਮਝੌਤੇ ਕਰਨੇ ਉਹ 25-25 ਸਾਲਾਂ ਲਈ ਨਾ ਕਰੋ। ਅਕਾਲੀ ਦਲ ਦੇ ਸਮਝੌਤੇ ਨੇ ਜਿਹੜੇ, ਉਸ ਵੇਲੇ ਅਕਾਲੀ ਦਲ ਨੇ ਬਿਜਲੀ ਦੀ ਕਮੀ ਵੀ ਪੂਰੀ ਕੀਤੀ ਦੇਖੋ, ਪਰ ਅਕਾਲੀ ਦਲ ਵਾਲੇ ਬਿਆਨ ਦੇਈ ਜਾਂਦੇ ਸੀ ਵੀ 25 ਸਾਲ ਰਾਜ ਕਰਾਂਗੇ। ਉਹ 25-25 ਸਾਲ ਦੇ ਕਹਿੰਦੇ 20-20, 25-25 ਸਾਲ ਦੇ ਸਮਝੌਤੇ ਕਰਤੇ। ਭਾਈ 10-10 ਸਾਲ ਦੇ ਕਰੋ। ਜਿਹੜਾ ਸਕੂਟਰ ਅੱਜ ਖਰੀਦਿਆ 25-30 ਹਜ਼ਾਰ ਦਾ, 25 ਸਾਲਾਂ ਬਾਅਦ ਪਤਾ ਨਹੀਂ ਕਿੰਨੇ ਦਾ ਨਵਾਂ ਆਉਣਾ, ਉਹ ਮੁੱਲ ਘਟ ਜਾਂਦੇ। ਸਾਈਕਲਾਂ ਦੇ ਮੁੱਲ ਹੀ ਵਧੇ, ਗਰੀਬ ਦਾ ਸਾਈਕਲ 5-5, 7-7, 10 ਹਜ਼ਾਰ ਟੱਪ ਗਿਆ। ਕਹਿੰਦੇ ਆਪਾਂ ਬੜਾ ਚਲਾਇਆ ਕਾਲਜ ਸਮੇਂ। ਹੁਣ ਸਵਾਲ ਇਹ ਹੈ ਕਿ ਉਹ ਜਿਹੜੇ ਸਲਾਹਕਾਰ ਨੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਨਹੀਂ ਹੈ, ਉਹ ਸਿੱਧੂ ਸਾਹਿਬ ਦੇ ਸਲਾਹਕਾਰ ਨੇ। ਹੁਣ ਉਹਨਾਂ ਨੇ ਜਿਹੜੀ ਸਲਾਹ ਦਿੱਤੀ, ਜਿਹੜਾ ਵੀ ਉਹਨਾਂ ਦਾ ਬਿਆਨ ਸੀ, ਕਹਿੰਦੇ ਉਹ ਸੋਸ਼ਲ ਮੀਡੀਆ ਦਾ ਸਹੀ ਆ, ਕਿਸੇ ਟੀਵੀ ਨੂੰ ਸੀ, ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਬਿਆਨ ਨਹੀਂ ਸੀ। ਨਾ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੰਚ ਤੋਂ ਸੀ, ਨਾ ਉਹਨਾਂ ਦੇ ਸੋਸ਼ਲ ਮੀਡੀਆ ਦੇ ਪੇਜ ਤੋਂ ਸੀ, ਨਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸੋਸ਼ਲ ਮੀਡੀਆ ਪੇਜ ਤੋਂ ਸੀ। ਹੁਣ ਕੋਈ ਵਿਅਕਤੀ ਕਿਸੇ ਨਾਲ ਗੱਲਬਾਤ ਕਰਦੇ ਕੁਝ ਵੀ ਕਹਿ ਦੂ, ਉਹਦਾ ਆਪਣਾ ਵਿਚਾਰ ਹੈ। ਹੁਣ ਬਹੁਤ ਸਾਰੇ ਲੀਡਰ ਨੇ ਜਿਹੜੇ ਉਹ ਇੱਧਰਲੀਆਂ ਉੱਧਰਲੀਆਂ ਗੱਲਾਂ ਕਰ ਜਾਂਦੇ ਆ ਕਿ ਆਪਾਂ ਸਪਸ਼ਟੀਕਰਨ ਮੰਗਾਂਗੇ ਵੀ ਮੋਦੀ ਸਾਹਿਬ ਸਪਸ਼ਟੀਕਰਨ ਦੇਣ, ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਵਾਂਗੇ ਵੀ ਸਪਸ਼ਟੀਕਰਨ ਦਿਓ। ਹੁਣ ਤੁਸੀਂ ਦੇਖੋ ਅਸਲ 'ਚ ਹੈ ਕੀ, ਇਹ ਮੌਕਾ ਹੁੰਦਾ। ਹੁਣ ਜਿਵੇਂ ਦਿੱਲੀ 'ਚ ਸਾਰੇ ਕੇਜਰੀਵਾਲ ਨੂੰ ਘੇਰਦੇ ਸੀ, ਪਿਛਲੀ ਵਾਰੀ 2017 'ਚ ਕੇਜਰੀਵਾਲ ਨਾਲ ਕੀ ਕੀਤਾ ਸਾਡੇ ਕਈ ਲੀਡਰਾਂ ਨੇ। ਦੇਖੋ ਸਿਆਸਤ ਹੈ ਨਾ, ਇਹ ਕਹਿੰਦੇ
ਇਹ ਕਹਿੰਦੇ ਸਿਆਸਤ ਤੇ ਮੁਹੱਬਤ 'ਚ ਸਭ ਕੁਝ ਜਾਇਜ਼ ਹੁੰਦਾ, ਕਹਿੰਦੇ ਯੁੱਧ ਤੇ ਜੰਗ 'ਚ ਸਭ ਕੁਝ ਜਾਇਜ਼ ਹੁੰਦਾ, ਪਰ ਐਂ ਹੋਣਾ ਨਹੀਂ ਚਾਹੀਦਾ। ਹੁਣ ਪਿਛਲੀ ਵਾਰੀ ਕੇਜਰੀਵਾਲ ਸਾਹਿਬ ਪੰਜਾਬ ਆਏ, ਮੈਨੂੰ ਬੜਾ ਦੁੱਖ ਹੋਇਆ। ਕਹਿੰਦੇ ਜੀ ਉਹਨਾਂ ਦੇ ਖਾਲਿਸਤਾਨੀਆਂ ਨਾਲ ਸੰਬੰਧ ਹੈ। 2017 ਤੋਂ ਪਹਿਲਾਂ ਜਦੋਂ ਆਏ, ਅਕਾਲੀ ਦਲ ਨੇ ਵੀ ਬਿਆਨ ਦਿੱਤੇ ਵੀ ਕੇਜਰੀਵਾਲ ਦੇ ਅਕਾਲੀਆਂ ਨਾਲ ਖਾਲਿਸਤਾਨੀਆਂ ਨਾਲ ਸੰਬੰਧ ਹੈ। ਤੁਸੀਂ ਦੱਸੋ, ਦੇਸ਼ ਭਗਤ ਕੇਜਰੀਵਾਲ ਹੈ, ਜੇ ਖਾਲਿਸਤਾਨੀਆਂ ਨਾਲ ਸੰਬੰਧ ਹੁੰਦੇ ਕੇਜਰੀਵਾਲ ਸਾਹਿਬ ਤੇ ਉਹ ਮੁੱਖ ਮੰਤਰੀ ਹੁੰਦੇ, ਵੱਡੇ ਘਰ ਹੁੰਦੇ। ਨਹੀਂ ਹੋ ਸਕਦਾ, ਕਿਉਂਕਿ ਉਹ ਹੁਣ ਉਹ ਚੋਣਾਂ ਦੇਖੋ ਹੁਣ ਹੈ ਕਿ ਇਹ ਮੈਨੂੰ ਲੱਗਦਾ ਇਹਨਾਂ ਨੇ ਰਣਨੀਤੀ ਗਲਤ ਛੇੜ ਲਈ ਵਿਰੋਧੀਆਂ ਨੇ। ਕੇਜਰੀਵਾਲ ਸਾਹਿਬ ਨੂੰ ਇਹਨਾਂ ਨੇ 10 15 20 ਦਿਨ 25 ਦਿਨ 30 ਦਿਨ ਪਹਿਲਾਂ ਜ਼ਿਆਦਾ ਜ਼ੋਰ ਲਾਤਾ ਵੀ ਇਹਨਾਂ ਦੇ ਸੰਬੰਧ ਨੇ। ਉਹ ਮਾੜੀਆਂ ਘਟਨਾਵਾਂ ਵਾਪਰੀਆਂ, ਆਮ ਆਦਮੀ ਪਾਰਟੀ ਨੂੰ ਬਹੁਤ ਨੁਕਸਾਨ ਹੋਇਆ। ਕੇਜਰੀਵਾਲ ਵੀ ਇੱਕ ਨੰਬਰ ਦੇ ਦੇਸ਼ ਭਗਤ ਨੇ, ਕੈਪਟਨ ਸਾਹਿਬ ਵੀ ਦੇਸ਼ ਭਗਤ ਨੇ, ਸੁਖਬੀਰ ਬਾਦਲ ਵੀ ਦੇਸ਼ ਭਗਤ ਹੈ, ਸਿੱਧੂ ਸਾਹਿਬ ਵੀ ਦੇਸ਼ ਭਗਤ ਨੇ, ਮੈਂ ਵੀ ਦੇਸ਼ ਭਗਤ ਹਾਂ। ਜਿਸ ਵਿਅਕਤੀ ਨੇ ਬਿਆਨ ਦਿੱਤਾ ਉਹਦੇ ਤੋਂ ਸਵਾਲ ਜਵਾਬ ਹੋ ਸਕਦਾ। ਉਹਨਾਂ ਨਾਲ ਮਿਲ ਜੁਲ ਕੇ ਆਪਸ 'ਚ ਵਿਰੋਧੀ ਧਿਰਾਂ ਵਾਲੇ ਗੱਲਬਾਤ ਕਰ ਲੈਂਦੇ ਆ। ਕਈ ਮੈਂ ਦੇਖਦਾ ਕਾਂਗਰਸ ਦੇ ਲੀਡਰ ਕਹਿੰਦੇ ਕਾਂਗਰਸ 'ਚ ਇਹੋ ਜਿਹੇ ਲੋਕ ਹੋਣੇ ਨਹੀਂ ਚਾਹੀਦੇ, ਉਹ ਤਾਂ ਕਾਂਗਰਸ 'ਚ ਹੈ ਹੀ ਨਹੀਂ, ਉਹ ਤਾਂ ਸਿੱਧੂ ਸਾਹਿਬ ਦੇ ਸਲਾਹਕਾਰ ਨੇ। ਹੁਣ ਪ੍ਰਸ਼ਾਂਤ ਕਿਸ਼ੋਰ ਕੀ ਕਾਂਗਰਸੀ ਹੈ? ਗਗਨ ਜੀ ਮੈਨੂੰ ਦੱਸੋ, ਪ੍ਰਸ਼ਾਂਤ ਕਿਸ਼ੋਰ ਕਾਂਗਰਸੀ ਸੀ? ਕਾਂਗਰਸੀ ਲੀਡਰ ਤਾਂ ਨਹੀਂ ਸੀ, ਸਲਾਹਕਾਰ ਨਿਯੁਕਤ ਕੀਤਾ ਸੀ। ਸੋ ਕਈ ਪ੍ਰੋਫੈਸ਼ਨਲ ਕੰਪਨੀਆਂ ਦੇ ਤੌਰ ਤੇ ਪੈਸੇ ਦੇ ਆਦਾਨ ਪ੍ਰਦਾਨ ਨਾਲ ਸਲਾਹਕਾਰ ਬਣਾ ਲੈਂਦੇ ਨੇ, ਕਈਆਂ ਨੂੰ ਮਾਨਦ ਬਣਾ ਲੈਂਦੇ ਨੇ। ਮਾਨ ਸਤਿਕਾਰ 'ਚ ਅਸੀਂ ਪੰਜਾਬੀ ਤਾਂ ਮਾਨ 'ਚ ਜਿੰਨਾ ਮਰਜ਼ੀ ਕੰਮ ਕਰਾ ਲਓ, ਸਾਡੇ ਤੋਂ ਕੋਈ ਪਤਾ ਪੁੱਛ ਲਏ ਅਸੀਂ ਘਰੇ ਛੱਡ ਕੇ ਆਉਂਦੇ ਹਾਂ ਸਕੂਟਰ 'ਤੇ ਬਿਠਾ ਕੇ। ਇਹ ਸੁਭਾਅ ਹੈ ਸਾਡਾ, ਕਿਉਂਕਿ ਅਸੀਂ ਭਲੇ ਦੀ ਸੋਚਦੇ ਹਾਂ। ਸੋ ਇਸ ਕਰਕੇ ਦੇਸ਼ ਭਗਤੀ ਦੇ ਸਵਾਲ ਚੱਕਣੇ। ਹੁਣ ਅਟਲ ਬਿਹਾਰੀ ਵਾਜਪਾਈ ਉਹਨਾਂ ਨੇ ਤਿਆਰ ਕੀਤਾ ਸਿਆਸੀ ਤੌਰ 'ਤੇ ਨਵਜੋਤ ਸਿੰਘ ਸਿੱਧੂ ਨੂੰ। ਅਟਲ ਬਿਹਾਰੀ ਵਾਜਪਾਈ ਤਾਂ ਕਿੰਨੇ ਸਿਆਣੇ ਲੀਡਰ ਸੀ, ਮੈਂ ਬਹੁਤ ਸਤਿਕਾਰ ਕਰਦਾ। ਅਟਲ ਬਿਹਾਰੀ ਵਾਜਪਾਈ, ਮਨਮੋਹਨ ਸਿੰਘ ਤੇ ਅਬਦੁਲ ਕਲਾਮ, ਇਹ ਸਾਡੇ ਦੌਰ ਦੇ ਹੀਰੋ ਰਹੇ ਨੇ। ਵਾਜਪਾਈ ਸਾਹਿਬ ਦੀ ਸੋਚ ਤੇ ਹੀ ਮੋਦੀ ਸਾਹਿਬ ਤੇ ਅੱਜ ਦੀ ਬੀਜੇਪੀ ਦੇਖੋ ਪਹਿਰਾ ਦੇ ਰਹੀ। ਤੇ ਫਿਰ ਨਵਜੋਤ ਸਿੰਘ ਸਿੱਧੂ ਨੂੰ ਉਹਦੀ ਦੇਸ਼ ਭਗਤੀ ਤੇ ਘੇਰਿਆ, ਜਿਵੇਂ ਕੇਜਰੀਵਾਲ ਨੂੰ ਘੇਰਿਆ ਸੀ ਵੀ ਆਪਾਂ ਕੇਜਰੀਵਾਲ ਨੂੰ, ਹੋਰ ਤਾਂ ਕਿਤੇ ਅੜਦਾ ਨਹੀਂ ਕੇਜਰੀਵਾਲ, ਹੋਰ ਕਿਸੇ ਪਾਸੇ ਕੇਜਰੀਵਾਲ ਨਹੀਂ ਅੜਿਆ ਪਿਛਲੀ ਵਾਰੀ 2017 ਤੋਂ ਪਹਿਲਾਂ। ਕਹਿੰਦੇ ਖਾਲਿਸਤਾਨੀ ਵਾਲੇ ਮੁੱਦੇ ਸੁਲਝਾ ਲਓ। ਕੇਜਰੀਵਾਲ ਸਾਹਿਬ ਕਿਤੇ ਨਾ ਕਿਤੇ ਹੁਣ ਇੱਕ ਘਰ 'ਚ ਠਹਿਰਾਇਆ ਸੀ ਕੇਜਰੀਵਾਲ ਸਾਹਿਬ ਨੂੰ, ਉਹ ਵੀ ਮੁੱਦਾ ਬਣਾਤਾ। ਹੁਣ ਉਹ ਕੇਜਰੀਵਾਲ ਸਾਹਿਬ ਨੂੰ ਕੀ ਪਤਾ ਉਹ ਮੁੱਖ ਮੰਤਰੀ ਨੇ। ਆਪਣੇ ਘਰੇ ਗਗਨ ਵਿਆਹ ਹੋਵੇ ਤੇ ਆਪਾਂ ਬਰਾਤ ਠਹਿਰਾ ਦਈਏ ਕਿਸੇ ਦੇ ਘਰੇ, ਮੰਜਿਆਂ ਤੇ ਸਵਾ ਦਈਏ, ਛੱਤ ਤੇ ਡਾਹ ਕੇ ਮੰਜੇ, ਤੇ ਉਹਨਾਂ ਦਾ ਕੀ ਕਸੂਰ ਆ ਬਰਾਤੀਆਂ ਦਾ? ਕੇਜਰੀਵਾਲ ਸਾਹਿਬ ਤਾਂ ਮਹਿਮਾਨ ਸੀ ਉਦੋਂ ਪਾਰਟੀ ਵਾਲਿਆਂ ਦੇ। ਨਾਲੇ ਇੱਕ ਮੁੱਖ ਮੰਤਰੀ ਨੂੰ ਤਾਂ ਸਰਕਾਰੀ ਤੌਰ ਤੇ ਸੁਰੱਖਿਆ ਮਿਲੀ ਹੋਈ ਹੈ ਲੋਕਾਂ ਦੀ, ਉਹ ਪ੍ਰਬੰਧ ਕਰਨਗੇ ਠਹਿਰਾਉਣ ਦਾ। ਕਿਤੇ ਕਮੀ ਰਹਿ ਗਈ ਹੋਣੀ, ਪਰ ਜਿੱਥੇ ਰਹੇ ਸੀ ਉਹ ਇਲਜ਼ਾਮ ਲਾਤੇ ਵੀ ਜੀ ਉਹ ਸੀ, ਉਹ ਆ ਸੀ। ਦੱਸੋ, ਉਹ ਨੁਕਸਾਨ ਹੋ ਗਿਆ ਕੇਜਰੀਵਾਲ ਸਾਹਿਬ ਨੂੰ। ਹੁਣ ਉਸੇ ਤਰ੍ਹਾਂ ਦੀ, ਕਿਉਂਕਿ ਸਿੱਧੂ ਬਾਰੇ ਹੋਰ ਤਾਂ ਕੋਈ ਏਜੰਡਾ ਲੱਭਦਾ ਨਹੀਂ। ਕਿਸੇ ਪਾਰਟੀ ਨੇ ਹੁਣ ਤੱਕ ਕਿਹਾ, ਕਹਿੰਦੇ ਬਿਜਲੀ ਮੁਫਤ ਦੇ ਦਾਂਗੇ। ਕਿਸੇ ਪਾਰਟੀ ਨੇ ਕਿਹਾ ਵੀ ਸ਼ਰਾਬ ਸਰਕਾਰੀ ਵੇਚਾਂਗੇ? ਤੁਸੀਂ ਮੈਨੂੰ ਦੱਸੋ। ਕਿਸੇ ਪਾਰਟੀ ਨੇ ਕਿਹਾ ਵੀ ਰੇਤਾ ਸਰਕਾਰੀ ਵੇਚਾਂਗੇ? ਦੋ ਵੱਡੇ ਸਵਾਲ ਨੇ। ਪੈਸਾ ਕਿੱਥੋਂ ਆਉਣਾ ਹੈ? ਅਧਿਆਪਕਾਂ ਦੀ ਤਨਖਾਹ ਦੇਣ ਨੂੰ ਪੈਸੇ ਹੈ ਨਹੀਂ, ਗੰਨਾ ਕਿਸਾਨਾਂ ਦੇ ਪੈਸੇ ਤਨਖਾਹ ਦੇਣ ਨੂੰ, ਉਹਨਾਂ ਨੂੰ ਬਕਾਇਆ ਦੇਣ ਨੂੰ ਪੈਸੇ ਹੈ ਨਹੀਂ। ਪੈਸਾ ਆਉਣਾ ਰੇਤੇ 'ਚੋਂ, ਸ਼ਰਾਬ 'ਚੋਂ, ਪਾਣੀ 'ਚੋਂ। ਐਗਰੀਕਲਚਰ ਨੂੰ ਡਿਵੈਲਪ ਕਰਕੇ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ। ਸੋ ਸਲਾਹਕਾਰ ਸੀ ਜਿਹਦੇ ਬਿਆਨ ਸੀ ਇੱਕ ਦੋ, ਇਹ ਮੁੱਦਾ ਨਹੀਂ ਪੰਜਾਬ ਲਈ। ਪੰਜਾਬ ਲਈ ਮੁੱਦਾ ਡਿਵੈਲਪਮੈਂਟ ਹੈ, ਪੈਸਾ ਹੈ। ਉਹ ਇਸ ਕਰਕੇ ਇਹ ਸਿਆਸਤ ਹੈ ਗਗਨ, ਉਹ ਇਹ ਸਿਆਸਤ ਹੈ, ਇਹ ਐਂ ਚੱਲਦੀ ਰਹਿਣੀ ਹੈ। ਹੋਰ ਬੜਾ ਕੁਝ ਹੋਈ ਜਾਣਾ ਹਜੇ। ਇਹ ਸਰਹੱਦ ਪਾਰ ਨਾਲ ਜੋੜਨਗੇ, ਆਰ ਨਾਲ ਜੋੜਨਗੇ ਪੋਲੀਟੀਕਲ ਲੀਡਰ। ਸਾਰੇ ਪੋਲੀਟੀਕਲ ਲੀਡਰ ਇਹ ਦਾਅ ਲੱਭਦੇ ਹੁੰਦੇ ਵੀ ਜਦੋਂ ਦਾਅ ਮਿਲ ਜੇ ਬੰਦਾ ਘੇਰ ਲਓ। ਆ ਹੁਣ ਸਾਰੇ ਹੀ ਪ੍ਰੈਸ ਕਾਨਫਰੰਸ ਕਰੀ ਜਾਂਦੇ, ਲਾ ਵਾਢਿਓ ਪ੍ਰੈਸ ਕਾਨਫਰੰਸ ਕਰੀ ਜਾਂਦੇ। ਗੱਲ ਸਾਰਿਆਂ ਦੀ ਸੁਣਾ ਦਿਓ, ਕਿਉਂਕਿ ਡੈਮੋਕ੍ਰੇਸੀ ਹੈ। ਜੋ ਬੋਲਦੇ ਨੇ ਰੱਬ ਜਾਣਦਾ, ਸੁਣਾ ਦਿਓ। ਸੋ ਬਿਲਕੁਲ ਇਹ ਪੰਜਾਬ ਦੇ ਵੱਖ-ਵੱਖ ਸਿਆਸੀ ਮਸਲੇ ਸੀ ਜਿਨ੍ਹਾਂ ਦੇ ਉੱਤੇ ਚਰਚਾ ਹੋਈ ਹੈ, ਪਰ ਅੱਜ ਦੇ ਦਿਨ ਦੀਆਂ ਨਿਗਾਹਾਂ ਜਿਹੜੀਆਂ ਨੇ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਕਿਸਾਨਾਂ ਦੀ ਮੀਟਿੰਗ ਦੇ ਉੱਤੇ ਰਹਿਣਗੀਆਂ ਕਿ ਆਖਰਕਾਰ ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਿਸ ਤਰ੍ਹਾਂ ਜੋ ਅੰਕੜੇ ਕਿਸਾਨ ਲੈ ਕੇ ਬੈਠੇ ਨੇ ਉਹਨਾਂ ਅੰਕੜਿਆਂ ਨੂੰ ਸਮਝ ਸਕਣਗੇ ਤੇ ਕਿਸਾਨਾਂ ਨੂੰ ਸਮਝਾ ਸਕਣਗੇ। ਸੋ ਜੋ ਵੀ ਕੁਝ ਹੋਏਗਾ ਉਹ ਅੱਜ ਦੇ ਦਿਨ ਦੇ ਉੱਤੇ ਉਸ 'ਤੇ ਨਿਗਾਹ ਬਣਾ ਕੇ ਰੱਖਾਂਗੇ ਤੇ ਜੋ ਕੁਝ ਵੱਡਾ ਹੁੰਦਾ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਫਿਲਹਾਲ ਦੇ ਹੁਣ ਇਜਾਜ਼ਤ ਲਵਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਕਰੀ ਜੀ, ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। ਇੱਕ ਪਾਸੇ ਤਾਂ ਕੁਰਬਾਨੀਆਂ ਦੇਣ ਵਾਲੇ ਪਰਿਵਾਰ, ਸਾਡੀ ਆਰਮਡ ਫੋਰਸਿਸ, ਔਰ ਦੂਜੇ ਪਾਸੇ ਨਕਸ਼ੇ ਨੂੰ ਅਪਮਾਨਿਤ ਕਰਨਾ। ਮੈਂ ਇਹਨਾਂ ਸਾਰੀ ਚੀਜ਼ਾਂ ਦੇ
ਇਮੀਡੀਏਟ ਕਾਰਵਾਈ ਔਰ ਪਰਚੇ ਦੀ ਮੰਗ ਕਰਦਾ ਦੋਵੇਂ ਸਰਕਾਰਾਂ ਤੋਂ। ਕਪਤਾਨ ਕੋਲੋਂ ਵੀ ਇਕੱਲਾ ਭਾਸ਼ਣ ਦੇ ਨਾਲ ਨਹੀਂ, ਸੈਂਸਿਟਿਵ ਮੁੱਦਾ ਜੇ ਵਾਕਈ ਫੌਜ ਦਾ ਸਤਿਕਾਰ ਕਰਦੇ ਹੋ ਕਪਤਾਨ ਸਾਹਿਬ ਤੁਸੀਂ ਦਿਓ ਪਰਚਾ। ਤੇ ਜੇ ਗਾਂਧੀ ਪਰਿਵਾਰ ਸ਼ਹਾਦਤ ਦੇਣ ਵਾਲੇ ਪਰਿਵਾਰਾਂ ਦਾ ਸਤਿਕਾਰ ਕਰਦੀ ਹੈ, ਫੌਜੀ ਵੀਰਾਂ ਦਾ ਸਤਿਕਾਰ ਕਰਦੀ ਹੈ, ਤੇ ਉਹ ਪਰਚਾ ਦਰਜ ਕਰਾਓ, ਨਹੀਂ ਤਾਂ ਇਹਨਾਂ ਦਾ ਅਸਲੀ ਚਿਹਰਾ ਨੰਗਾ ਹੋ ਜਾਣਾ। ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜੋ ਦਸੰਬਰ ਵਿੱਚ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਹੋਣੀਆਂ ਨੇ, ਆਮ ਆਦਮੀ ਪੂਰੇ ਜੋਸ਼ ਨਾਲ, ਪੂਰੇ ਦਮਖਮ ਨਾਲ 35 ਦੇ 35 ਵਾਰਡਾਂ ਵਿੱਚ ਐਮਸੀ ਦੀ ਇਲੈਕਸ਼ਨ ਵਿੱਚ ਪਾਰਟਿਸਿਪੇਟ ਕਰਨ ਜਾ ਰਹੀ ਹੈ। ਇਹਦੇ ਨਾਲ ਮੈਂ ਵੀ ਦੱਸਣਾ ਚਾਹਾਂਗਾ ਕਿ ਅੱਜ ਪੂਰੇ ਭਾਰਤ ਵਿੱਚ ਇੱਕ ਚਰਚਾ ਛਿੜੀ ਹੋਈ ਹੈ ਕਿ ਜੇ ਦਿੱਲੀ ਸਰਕਾਰ ਉਹ ਸਾਰੇ ਕੰਮ ਕਰ ਸਕਦੀ ਹੈ ਜੋ ਅੱਜ ਤੱਕ ਰਿਵਾਇਤੀ ਪਾਰਟੀਆਂ ਨੇ ਨਹੀਂ ਕੀਤੇ, ਤੇ ਹਰ ਸਟੇਟ 'ਚ ਭਾਵੇਂ ਉਹ ਲੋਕਲ ਬੋਡੀਜ਼ ਹੈ, ਭਾਵੇਂ ਉਹ ਸੂਬਾ ਸਰਕਾਰ ਹੈ, ਚਰਚਾ ਜ਼ਰੂਰ ਹੁੰਦੀ ਹੈ। ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਅੱਜ ਦੀ ਇਹ ਘੋਸ਼ਣਾ ਕੀਤੀ ਗਈ ਹੈ ਤੇ ਦਸੰਬਰ ਵਿੱਚ ਹੋਣ ਵਾਲੀ ਐਮਸੀ ਦੀ ਜੋ ਇਲੈਕਸ਼ਨਸ ਨੇ चंडीगढ़ ਦੀਆਂ, ਉਹਦੇ ਵਿੱਚ ਆਮ ਆਦਮੀ ਪਾर्टी पार्टिसिपेट करेगी। बहुत बहुत धन्यवाद। ये कौन सी विचारधारा है, ये कौन से लोगों की शिक्षा है, ये कहां की ये तालीम है? ये देश के लोगों की तालीम नहीं है, ये देशभक्तों की तालीम नहीं है। और मैं फिर से ये कहता हूं कि नवजोत सिंह सिद्धू एक देशभक्त है। उनका परिवार, उनकी मदर, उनके फादर एक फ्रीडम फाइटर थे जिन्होंने देश के लिए बहुत सी कुर्बानियां दी है। और नवजोत सिंह सिद्धू देश के लिए मर सकता है, लेकिन ऐसी विचारधारा से वो समझौता नहीं कर सकता। आज उन्होंने जो बुलाए हैं अपने एडवाइजर, मैं ये आज नवजोत सिंह सिद्धू जी से मांग करता हूं कि ऐसे लोगों को जो है वो ऐसी एडवाइस जो है जो देश के हित में ना हो, देश के खिलाफ हो, मेरा ख्याल ऐसे लोगों से किनारा करना चाहिए। लेकिन देखिए, नवजोत सिंह सिद्धू की कभी भी विचारधारा ऐसी नहीं हो सकती। नवजोत सिंह सिद्धू कभी भी ऐसा नहीं कर सकते। वो देश के लिए मर मिट सकते हैं, लेकिन देश के लिए साजिश में कभी शामिल नहीं हो सकते। नवजोत सिंह सिद्धू पे शक करना कभी ठीक बात नहीं है। और मैं समझता हूं कि ये कांग्रेस की विचारधारा के खिलाफ बातें हैं और कांग्रेस कभी भी इन चीजों को बर्दाश्त नहीं करेगी। ਖੇਤੀਬਾੜੀ ਮਾਹਰਾਂ ਦੇ ਨਾਲ ਕਾਫੀ ਦੇਰ ਚਰਚਾ ਚੱਲੀ ਔਰ ਬਹੁਤਾ ਦੇਰ ਚਰਚਾ ਤੋਂ ਬਾਅਦ, ਕਿਉਂਕਿ ਜਿਹੜੇ ਖੇਤੀਬਾੜੀ ਮਾਹਰ ਹੈ ਉਹਨਾਂ ਨੇ ਆਲਰੇਡੀ ਇਹ ਗੱਲ ਸਾਨੂੰ ਸਾਬਤ ਕੀਤੀ ਪਈ ਅਸੀਂ ਜਿਹੜਾ 350 ਰੁਪਿਆ ਕਾਸਟ ਹੈ, ਅਸੀਂ ਉਹਨਾਂ ਨੂੰ ਕਿਹਾ ਕਿ ਸਾਡੀ ਜਿਹੜੀ ਕਾਸਟ ਅਸੀਂ ਬਣਾ ਕੇ ਲਿਆਏ ਆ ਕਾਸਟ ਆਫ ਪ੍ਰੋਡਕਸ਼ਨ ਉਹ 470 ਰੁਪਏ ਹੈ। ਸੋ ਉਹ 470 ਰੁਪਏ ਦੇ ਮੁਤਾਬਕ ਅਸੀਂ ਉਹਨਾਂ ਨੂੰ ਆਪਣਾ ਦੱਸਿਆ, ਕਿਉਂਕਿ ਅਸੀਂ ਅੱਗੇ ਕਾਸਟ ਆਫ ਪ੍ਰੋਡਕਸ਼ਨ ਨਹੀਂ ਸੀ ਕੱਢੀ, ਇਸ ਕਰਕੇ ਸਾਡੀ ਡਿਮਾਂਡ 400 ਸੀ। ਅਸੀਂ ਡਿਮਾਂਡ ਤੋਂ ਉੱਪਰ ਨਹੀਂ ਜਾਂਦੇ ਤੇ ਸਾਡੀ ਡਿਮਾਂਡ 400 ਹੀ ਹੈ ਅੱਜ ਵੀ, ਪਰ ਸਾਡੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਆ ਉਹ 470 ਹੈ। ਸੋ ਉਹਦਾ ਕੋਈ ਜਵਾਬ ਨਹੀਂ ਦੇ ਸਕੇ ਜਿਹੜੇ ਐਕਸਪਰਟ ਹੈ। ਅਸੀਂ ਉਹਨਾਂ ਨੂੰ ਕਿਹਾ ਸੀ ਵੀ ਜੇ ਤੁਹਾਨੂੰ ਇਹਦੇ ਵਿੱਚ ਕੋਈ ਲੱਗਦਾ ਹੈ ਵੀ ਇਹਦੇ ਵਿੱਚ ਅਸੀਂ ਕੋਈ ਵੱਧ ਲਗਾਇਆ ਤੇ ਉਹ ਸਾਨੂੰ ਤੁਸੀਂ ਦੱਸੋ। ਇਸ ਕਰਕੇ ਉਹ ਕੋਈ ਜਵਾਬ ਨਹੀਂ ਦੇ ਸਕੇ ਵੀ ਇਹਦੇ ਵਿੱਚ ਕਾਸਟ ਆਫ ਪ੍ਰੋਡਕਸ਼ਨ ਦੇ ਵਿੱਚ ਜਿਹੜਾ ਅਸੀਂ 470 ਦੀ ਬਣਾ ਕੇ ਲਿਆਏ ਇਹਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਹੈ। ਸੋ ਇਸ ਕਰਕੇ ਉਹ ਤਾਂ ਕੇਵਲ ਅਸੀਂ ਕਲੀਅਰ ਕਰ ਦਿੱਤਾ, ਪਰ ਹੁਣ ਉਹਨਾਂ ਨੇ ਇਹ ਮੰਨ ਲਿਆ ਕਿ ਸੀਐਮ ਸਾਹਿਬ ਕੱਲ ਬਹਿਣਗੇ 3 ਵਜੇ ਉਹਨਾਂ ਨਾਲ ਮੀਟਿੰਗ ਹੋਏਗੀ ਕੱਲ। ਸੋ ਉਹ ਜਿਹੜੀ ਕੱਲ ਦੀ ਮੀਟਿੰਗ ਹੈ ਉਹਦੇ ਵਿੱਚ ਜਿਹੜਾ ਰੇਟ ਹੈ ਉਹ ਕਹਿੰਦੇ ਆ ਵੀ ਉਹ ਸੀਐਮ ਸਾਹਿਬ ਅਨਾਉਂਸ ਕਰਨਗੇ। ਸੋ ਉਹਦੇ ਨਾਲ ਹੁਣ ਜਿਹੜੀ ਗੱਲ ਹੈ ਸਾਨੂੰ ਇਹ ਲੱਗਦਾ ਹੈ ਕਿ ਜਿਹੜੀ ਅਸੀਂ ਆਪਣੀ ਗੱਲ ਰੱਖਣ ਦੇ ਵਿੱਚ ਕਾਮਯਾਬ ਹੋਏ ਆ, ਜਿਹੜੀ ਕਾਸਟ ਆਫ ਪ੍ਰੋਡਕਸ਼ਨ ਅਸੀਂ ਦੱਸਣ 'ਚ ਕਾਮਯਾਬ ਹੋਏ ਆ ਕਿ ਸਾਡੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਆ ਉਹ 470 ਰੁਪਏ ਪਰ ਕੁਇੰਟਲ ਹੈ, ਪਰ ਸਾਡੀ ਡਿਮਾਂਡ 400 ਦੀ ਹੈ, ਕਿਉਂਕਿ ਅਸੀਂ ਪਹਿਲਾਂ ਡਿਮਾਂਡ 400 ਦੀ ਦਿੱਤੀ ਹੋਈ ਹੈ। ਅਸੀਂ ਉਹ ਤੋਂ ਬਾਹਰ ਨਹੀਂ ਜਾਂਦੇ, ਸਾਡਾ ਉਹਦੇ ਨਾਲ ਲੈ ਕੇ ਕੋਈ ਫੈਸਲਾ ਜਿਹੜੀ ਸਰਕਾਰ ਕਰੇ। ਕੱਲ ਕਿਸਾਨਾਂ ਨਾਲ ਮੀਟਿੰਗ ਹੋਈ ਦਾ ਕੀ ਹੋਏਗਾ? ਜਿਹੜਾ ਕੱਲ ਸਾਡਾ ਅਸੀਂ ਪੰਜਾਬ ਬਲੌਕ ਕਰਨ ਦਾ ਕਾਲ ਦਿੱਤੀ ਹੋਈ ਸੀ, ਉਹ ਕਾਲ ਨੂੰ ਅਸੀਂ ਅਜੇ ਪੋਸਟਪੋਨ ਕਰਦੇ ਹਾਂ ਅੱਗੇ। ਕੱਲ ਜਿਹੜੀ ਸੀਐਮ ਸਾਹਿਬ ਦੀ ਮੀਟਿੰਗ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਫੈਸਲਾ ਕਰਾਂਗੇ। ਜੇ ਤੇ ਸਾਡੀ ਮਰਜ਼ੀ ਦਾ ਰੇਟ ਅਨਾਉਂਸ ਕਰਦੀ ਹੈ ਗਵਰਨਮੈਂਟ, ਫਿਰ ਜਿਹੜਾ ਅਸੀਂ ਧਰਨਾ ਨਹੀਂ ਲਾਵਾਂਗੇ, ਨਹੀਂ ਤਾਂ ਫਿਰ ਕੱਲੇ ਹੀ ਅਸੀਂ ਬੈਠ ਕੇ ਜਿਹੜੀ ਅਗਲੀ ਕਾਲ ਪੰਜਾਬ ਬੰਦ ਦੀ ਜਿਹੜਾ ਚੱਕਾ ਜਾਣ ਦੀ ਉਹ ਬਿਲਕੁਲ ਅਸੀਂ ਜਿਹੜੀ ਆ ਉਹ ਕਾਲ ਜਿਹੜੀ ਫਿਰ ਦੇ ਦਿਆਂਗੇ।